ਆਮਿਰ ਸਾਹਿਬ, ਤੁਸੀਂ ਇੱਕ ਤਰਫ ਤੁਸੀਂ ਉਲਟੀ ਅੱਖ ਨਾਲ ਵੇਖਣ ਦੇ ਆਦੀ ਹੋ ਗਏ ਹੋ, ਸਿੱਧੀ ਅੱਖ ਖੋਲ ਦੇਣੀ ਉਸ ਤੇ ਹੱਥ ਰੱਖ ਲਿਆ ਤੁਸਾਂ ਨੇ। ਉਹ ਤਾਂ ਮੈਂ ਤੁਸਾਂ ਨੇ ਸਮਝ ਸਿਰਫ ਜਮਾਤ ਦੇ ਖਿਲਾਫ ਔਰ ਹਾਂ ਅਹਿਮਦੀਆਂ ਦੇ ਖਿਲਾਫ ਜਿਹੜੀ ਗੱਲ ਹੁੰਦੀ ਹੈਡਲਾਈਟ ਕਰ ਦਿੰਦੇ ਹੋ। ਜਾ ਜਾ ਉਹ ਭਾਈ ਅੱਜ ਹਫਤਾ ਹੋ ਗਿਆ ਉਹ ਮੇਰੇ ਪਿੱਛੇ ਲਿਖਿਆ ਤੋਬਾ ਨੌਜ਼ ਬਿल्ला ਅਸਤਗਫਿरुल्लाह ਦੇ ਅਲਫਾਜ਼ ਨਹੀਂ ਸੁਣੇ ਉਹ ਕਿ ਅੱਜ ਇਹ ਹਫਤੇ ਦਾ ਕਹਿੰਦਾ ਬਦਲਾ ਹੈ ਲਿਆ ਕਿ ਜੇ, ਸੁਣੋ ਹੁਣ, ਅਰੇ ਸੁਣ ਲਓ ਨਾ। ਪੂਰੇ ਹਫਤੇ ਦਾ ਉਹ ਬਦਲਾ ਅੱਜ ਲਿਆ ਨੇ। ਮੇਰੀ ਗੱਲ ਸੁਣੋਗੇ ਹੁਣ? ਅੱਛਾ ਹੁਣ ਅੱਜ ਵੀ मतलब ਉਹਨੇ ਲਫ਼ਜ਼ ਇਸਤੇਮਾਲ ਕੀਤੇ ਕਿ ਇਹ ਮਲਕ ਅਵਾਨ ਕਹਿੰਦਾ ਹੈ ਕਿ ਮਿਰਜ਼ਾ ਤੋਬਾ ਨੌਜ਼ ਬਿल्ला ਅਸਤਗਫਿरुल्लाह ਮਿਰਜ਼ਾ ਗੁਲਾਮ ਬੇਵਕੂਫ ਸੀ, ਜਾਹਿਲ ਸੀ। ਹੁਣ ਮੈਂ ਉਹਨੂੰ ਨਬੀ ਮੰਨਦਾ, ਮੈਂ ਕਹਿ ਸਕਣਾ? ਉਹ ਵੀ ਮੈਨੂੰ ਮੰਨਦੇ ਅੱਗ ਨੇ, ਲੱਗ ਜਾਂਦੀ ਏ। ਉਹ ਤਾਰਕ ਖੁਦਾ ਚੌਹਾਨ ਦੇ ਸਾਹਿਬ ਵੀ ਬੰਦੇ ਹੋ ਮੰਨਦੇ, ਜੀ। ਉਹ ਵੀ ਮੰਨਦੇ ਨੇ। ਉਹ ਮੈਂ ਖੱਡੇ ਜਾਏ ਕੋਈ ਯਾਰ, ਮੈਨੂੰ ਕਿਸੇ ਦਾ ਕੀ ਤਲਕ ਹੈ? ਇਹ ਜੇ ਤੁਸੀਂ ਗੱਲ, ਨਹੀਂ ਮੰਨਦੇ, ਮੈਨੂੰ ਕੀ ਇਹ ਜੇ ਪ੍ਰੋਬਲਮ ਹੈ? ਉਹ ਮੰਨਦਾ ਹੈ, ਮੈਨੂੰ ਕੀ ਫਾਇਦਾ ਨੁਕਸਾਨ ਹੈ? ਮੰਨੇ ਕੋਈ ਨਾ ਮੰਨੇ, ਉਹਦੀ ਆਪਣੀ ਮੌਜ ਹੈ। ਲੇਕਿਨ ਮੇਰੇ ਨਾਲ ਜਿਹੜੇ ਲਫ਼ਜ਼ ਉਹ ਖੁਦ ਮਸਨੂਬ ਕਰ ਰਿਹਾ ਹੈ ਕਿ ਮਲਕ ਅਵਾਨ ਕਹਿੰਦਾ ਹੈ ਤੋਬਾ ਨੌਜ਼ ਬਿल्ला ਮਿਰਜ਼ਾ ਸਾਹਿਬ ਬੇਵਕੂਫ ਸਨ ਔਰ ਜਾਹਿਲ ਸਨ। ਹੁਣ ਮੈਂ ਇਹ ਲਫ਼ਜ਼ ਕਹਿ ਸਕਣਾ? ਤੁਸੀਂ ਆਪ ਸੋਚੋ, ਮੈਂ ਕੋਈ ਨਬੀ ਦਾ ਮੰਨਣ ਵਾਲਾ ਆਪਣੇ ਨਬੀ ਦੇ ਬਾਰੇ 'ਚ ਇਹ ਲਫ਼ਜ਼ ਇਸਤੇਮਾਲ ਕਰ ਸਕਦਾ ਹੈ? ਨਹੀਂ ਤੁਸੀਂ ਲਫ਼ਜ਼ਨ ਤੇ ਇਹ ਗੱਲ ਮੇਰੇ ਸਾਹਮਣੇ ਤੇ ਨਹੀਂ ਕਹੀ, ਲੇਕਿਨ ਉਹਨਾਂ ਦੇ ਕੋਲੇ ਕਿਹੜੀ ਗੱਲ ਹੈ, ਉਹ ਬੰਦਾ ਪੁੱਛ ਲੈਂਦਾ ਵੀ ਇਹ ਲਫ਼ਜ਼ ਦੁਬਾਰਾ ਨਾ ਉਹ ਇਸਤੇਮਾਲ ਭਾਈ ਉਹ ਕਰੋ। ਬਾਰ ਬਾਰ ਇਹ ਕਹਿ ਰਹੇ ਸੀ, ਤੁਹਾਡੇ ਸਾਹਮਣੇ ਵੀ ਕਿਹਾ, ਤੁਹਾਡੀ ਉਲਟਾ ਕੰਨ ਖੁੱਲਾ ਹੈ ਤੇ ਉਲਟੀ ਅੱਖ ਨਾਲ ਵੇਖਦੇ ਹੋ, ਸਿਰਫ ਫਰਕ ਹੈ। ਅੱਛਾ ਹੁਣ ਉਹਨੇ ਚੈੱਕ ਵੀ ਕਰ 20 ਲੈਨੇ ਦਫਾ ਆ। ਤੇ ਗੱਲ ਕੀਤੀ ਹੈ ਹੁਣ ਕਿ ਤੁਸੀਂ ਮਲਕ ਮਾਈਕ, ਅਮਾਨ ਕਹਿੰਦਾ ਹੈ ਮਿਰਜ਼ਾ ਸਾਹਿਬ ਬੇਵਕੂਫ ਸਨ, ਮਿਰਜ਼ਾ ਸਾਹਿਬ ਜਾਹਿਲ ਸਨ। ਹੁਣ ਤੁਸੀਂ ਮਾਈਕ ਮਿਊਟ ਲਾਓ ਤੇ ਉਹਨਾਂ ਨੂੰ ਪੁੱਛ ਲੈਨੇ ਆ। ਤਾਰਕ ਚੌਹਾਨ ਸਾਹਿਬ ਤੁਸੀਂ ਇਹ ਪੁੱਛ ਲਫ਼ਜ਼ ਲਓ ਕਿਉਂ ਆਖੇ? ਇਮਾਨ, ਦੁਬਾਰਾ ਆਪਣਾ ਫਰੈਸ਼ ਕਰ ਲਓ। ਤਾਰਕ ਚੌਹਾਨ ਸਾਹਿਬ ਤੁਸੀਂ ਇਹ ਲਫ਼ਜ਼ ਕਿਉਂ ਆਖੇ ਨੇ, ਜਾਂ ਉੱਥੇ ਕਿਉਂ ਆਖੇ ਨੇ ਤੇ ਪਹਿਲਾਂ ਕਿਉਂ ਆਖਦੇ ਹੋ? ਜੀ ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ ਹੈ। ਇਸ ਚੀਜ਼ ਦੇ ਸਾਰੇ ਲੋਕ ਗਵਾਹ ਨੇ ਕਿ ਮੈਂ ਮਿਰਜ਼ਾ ਸਾਹਿਬ ਦੀ ਤਾਲੀਮ ਪੇਸ਼ ਕਰਨਾ ਹੈ ਔਰ ਕਹਿਣਾ ਹੈ ਕਿ ਮਿਰਜ਼ਾ ਸਾਹਿਬ ਕਹਿ ਰਹੇ ਨੇ ਕਿ ਇਸ ਜ਼ਮਾਨੇ ਦੇ ਵਿੱਚ ਨਬੀ ਲਈ ਬਸ ਇਹੀ ਮੁਰਾਦ ਹੈ ਕਿ ਉਹ ਤਜਦੀਦ ਦੀਨ ਲਈ ਮਾਮੂਰ ਹੋਵੇ ਔਰ ਮੁਕਾਲਮਾ ਮੁਖਾਤਬਾ ਇਲਾਹੀਆ ਉਹਨੂੰ ਮਿਲੇ। ਤੇ ਜਦੋਂ ਇਹ ਮੈਂ ਗੱਲ ਕਰਨਾ ਤੇ ਮਲਕ ਅਵਾਨ ਸਾਹਿਬ ਕਹਿੰਦੇ ਨੇ ਤੂੰ ਦੱਸੋ ਜੀ ਕੋਈ ਅਦੀ ਐਸਾ ਮੁਮਕਿਨ ਹੈ, ਕਦੀ ਇਹ ਹੋ ਸਕਦਾ ਹੈ, ਕਦੀ ਕਿਸੇ ਮੁਜੱਦਦ ਕਦੀ ਨਬੀ ਹੋਇਆ? ਤੇ ਉਹ ਇਤਰਾਜ਼ ਮੇਰੇ ਤੇ ਨਹੀਂ ਕਰ ਰਹੇ, ਉਹ ਮਿਰਜ਼ਾ ਸਾਹਿਬ ਦੀ ਗੱਲ ਕਰ ਰਹੇ ਹੁੰਦੇ ਨਾ। ਮੈਂ ਇਹੀ ਕਹਿਣਾ ਕਿ ਇਹਦਾ ਮਤਲਬ ਤੁਸੀਂ ਮਿਰਜ਼ਾ ਸਾਹਿਬ ਨੂੰ ਕਹਿ ਰਹੇ ਕਿ ਮਿਰਜ਼ਾ ਸਾਹਿਬ ਨੇ ਇੱਕ ਐਸੀ ਗੱਲ ਕੀਤੀ ਹੈ ਜਿਹੜੀ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਔਰ ਜਿਹੜੀ ਹਕਾਇਕ ਦੇ ਖਿਲਾਫ ਹੈ। ਇਹ ਮੈਂ ਗੱਲ ਇਹਨਾਂ ਨੂੰ ਕਹਿਣਾ। ਠੀਕ ਹੈ, ਐਸਾ ਤੱਕ ਤੇ ਜਾਇਜ਼ ਹੈ, ਲੇਕਿਨ ਜੀ ਉਹਨਾਂ ਨੂੰ ਬਸ ਮੈਂ ਇਹੀ ਇਹਨਾਂ ਨੂੰ ਕਹਿਣਾ ਕਿ ਇਹਦਾ ਮਤਲਬ ਤੁਸੀਂ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਵਾਲੀ ਗੱਲ ਪ੍ਰੈਕਟੀਕਲੀ ਗਲਤ ਹੈ, ਇਹਦਾ ਮਤਲਬ ਮਿਰਜ਼ਾ ਸਾਹਿਬ ਨੂੰ ਤੁਸੀਂ ਕਹਿ ਰਹੇ ਹੋ ਕਿ ਪ੍ਰੈਕਟੀਕਲੀ ਆਮਿਰ ਗਲਤ ਗੱਲਾਂ ਨਜ਼ੀਰ ਉਹਨਾਂ ਨੇ ਕੀਤੀਆਂ। ਸਾਹਿਬ, ਆਮਿਰ ਨਜ਼ੀਰ ਸਾਹਿਬ, ਜਿਹੜੇ ਹੁਣ ਇਹਨਾਂ ਨੇ ਗੱਲ ਕਹੇ ਇਹ ਤੇ ਬਿਲਕੁਲ ਠੀਕ ਹਨ। ਇਹ ਤਵੀਲ ਹੋਰ ਕਰਦੇ, ਮੈਂ ਤਵੀਲ ਹੋਰ ਕਰਦਾ, ਬਿਲਕੁਲ ਠੀਕ ਹੈ, ਉਹੀ ਉਹਨਾਂ ਦੇ ਫਰਮਾਨ ਹੈ। ਲੇਕਿਨ ਮੈਂ ਪ੍ਰੈਕਟੀਕਲ ਜਾ ਕੇ ਦਿਖਾਣਾ ਵੀ ਹਾਂ ਕਿ ਅੱਜ ਤੱਕ ਕੋਈ ਮੁਜੱਦਦ ਜਿਹਨੇ ਨਬੀ ਹੋਣ ਦਾ ਦਾਵਾ ਕੀਤਾ ਉਹ ਮੈਨੂੰ ਦਿਖਾ ਦਿਓ। ਜੀ ਇਹ ਆਮਿਰ ਕਹਿੰਦੇ ਨਜ਼ੀਰ ਹਰ ਸਾਹਿਬ ਮੁਜੱਦਦ ਗਵਾਹ ਨੇ ਨਬੀ ਉਹਨਾਂ ਹੁੰਦਾ ਹੈ। ਚੀਜ਼। ਉਹ ਯਾਰ ਇਹਨਾਂ ਨੂੰ ਖਾਮੋਸ਼ ਨਹੀਂ ਕਰਨਾ, ਦੇ ਮੂੰਹ ਤੇ ਹੱਥ ਰੱਖੋਗੇ ਤਾਂ ਚੁੱਪ ਹੁੰਦੇ। ਤਾਰਕ ਇਹਨਾਂ ਦੀ ਚੌਹਾਨ ਅਸਲੀਅਤ ਸੋ ਮੈਂ ਦੱਸ ਦਿਆਂ, ਸਾਹਿਬ ਇਹਨਾਂ ਨੇ ਚੁੱਪ ਨਹੀਂ ਹੋਣਾ। ਮੈਂ ਅਰਜ਼ ਕਰ ਰਿਹਾ ਕਿ ਤਾਰੀਖ ਸਭ ਦੀ ਸਾਂਝੀ ਹੈ। ਤਾਰੀਖ ਵਿੱਚ ਕੋਈ ਫਿਰਕਾ, ਕੋਈ ਕਹਿੰਦਾ ਅਕੀਦਾ ਉਸ ਤੋਂ ਹਟ ਯਾਨੀ ਕਹਿੰਦੇ ਹਟ ਨਹੀਂ ਸਕਦਾ। ਕਿਆ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਕਿਸੇ ਮੁਜੱਦਦ ਨੇ ਦਾਵਾ ਕੀਤਾ ਹੈ ਕਿ ਮੈਂ ਮੁਜੱਦਦ ਹਾਂ, ਨਬੀ ਅੱਲਾਹ ਵਾਂ, ਮੁਝ ਤੇ ਮੰਨ ਲਿਆਓ? ਮੈਂ ਤੇ ਪ੍ਰੈਕਟੀਕਲ ਕਰ ਰਿਹਾ ਨਾ। ਅਗਰ ਮਿਰਜ਼ਾ ਸਾਹਿਬ ਦੀ ਗੱਲ ਦੀ ਸਿਰਫ ਥਿਊਰੀ ਲੈਂਦੀ ਰਹੋਗੇ, ਜਿਹੜੇ ਮਰਜ਼ੀ ਮਤਲਬ ਲੈਂਦੇ ਰਹੋ, ਮੈਨ ਕੀ ਲੈਣ ਦੇਣੇ। ਲੇਕਿਨ ਮੈਨ ਅੱਲਾਹ ਤਾਲਾ ਨੇ ਅਕਲ ਔਰ ਸ਼ਊਰ ਦਿੱਤਾ ਹੈ ਕਿ ਮੁਜੱਦਦ ਤੇ ਈਮਾਨ ਲਿਆਣਾ ਇਸ ਜ਼ਾਵੀਏ ਨਾਲ ਹੈ ਕਿ ਮੁਜੱਦਦ ਆਏ ਨੇ, ਲੇਕਿਨ ਮੁਜੱਦਦ ਨੇ ਦਾਵਾ ਨਹੀਂ ਕੀਤਾ ਮੁਜੱਦਦ ਦਾ, ਉਹਨਾਂ ਤੇ ਈਮਾਨ ਲਿਆਣਾ ਜ਼ਰੂਰੀ ਨਹੀਂ ਹੈ। ਇਹ ਦੀਨ ਇਸਲਾਮ ਦਾ ਫਹਿਮ ਹੈ, ਇਸ ਤੋਂ ਕੋਈ ਦੂਰ ਨਹੀਂ ਹੋ ਸਕਦਾ। ਅਗਰ ਦੂਰ ਹੋਏਗਾ ਤੇ ਉਹ ਸਬੂਤ ਦੇਗਾ ਕਿ ਫਲਾਣੇ ਮੁਜੱਦਦ ਨੇ ਦਾਵਾ ਕੀਤਾ ਸੀ ਮੈਂ ਮੁਜੱਦਦ ਹਾਂ, ਔਰ ਉਹਨੇ ਕਿਹਾ ਜਿਹੜਾ ਮੇਰੇ ਤੇ ਈਮਾਨ ਨਹੀਂ ਲੈ ਕੇ ਆਏਗਾ ਉਹ ਕਾਫਰ ਹੈ। ਇਹ ਨਬੀ ਤੋਂ ਇਲਾਵਾ ਕਿਸੇ ਕੋਲ ਦਾਅਵੇ ਦਾ ਇਖਤਿਆਰ ਹੀ ਨਹੀਂ ਹੈ ਦੀਨ ਈਮਾਨ ਵਿੱਚ। ਤੁਸੀਂ ਬਾਪ ਦਾਦਾ ਦੇ ਅਕੀਦੇ ਨਾਲ ਜੇ ਕੁਝ ਮਜ਼ੀਦ ਬਣਾਈ ਰੱਖੋ, ਜਿਸ ਕੋਲ ਈਮਾਨ ਦਾ ਔਰ ਕੁਰਾਨ ਦਾ ਫਹਿਮ ਹੈ, ਇੱਕ ਨਬੀ ਰਸੂਲ ਤੋਂ ਇਲਾਵਾ ਕੋਈ ਦਾਵਾ ਕਰ ਹੀ ਨਹੀਂ ਸਕਦਾ। ਕਿਸੇ ਚੀਜ਼ ਦਾ ਦਾਵਾ ਹੈ ਹੀ ਨਹੀਂ ਹੈ। ਲਿਮਿਟਡ ਗੱਲ ਅਗਰ ਕਰਿਆ ਹੈ ਕਰੋ ਨਾ। ਤੇ ਸਾਹਮਣੇ ਪੇਸ਼ ਕਰੋ, ਪੇਸ਼ ਠੀਕ ਕਰੋ ਹੋ ਇੱਥੇ। ਗਿਆ, ਠੀਕ ਹੋ ਗਿਆ, ਲਿਮਿਟਡ ਗੱਲ ਕਰਿਆ ਕਰੋ। ਬਿਲਾ ਲਿਮਿਟਡ ਕੀ ਕਰੀਏ ਤੇ ਮਤਲਬ ਹੈ ਕਿ ਲਾ ਮਹਿਦੂਦ ਗੱਲ ਤਾਂ ਨਹੀਂ ਨਾ ਹੋਣੀ ਚਾਹੀਦੀ। ਜੀ ਤਾਰਕ ਚੌਹਾਨ ਸਾਹਿਬ ਗੱਲ ਕਰੋ। ਜੀ ਜੀ ਠੀਕ ਹੈ। ਇਹ ਕਹਿ ਰਹੇ ਨੇ ਕਿ ਐਸਾ ਹੋ ਹੀ ਨਹੀਂ ਸਕਦਾ ਕਿ ਨਬੀ ਉਹਨੂੰ ਮੰਨਣਾ ਜ਼ਰੂਰੀ ਹੋਵੇ ਮੁਜੱਦਦ ਨੂੰ, ਔਰ ਇਹ ਕਿ ਮੁਜੱਦਦ ਨੂੰ ਇਲਹਾਮ ਨਹੀਂ ਹੁੰਦਾ। ਤੇ ਮਿਰਜ਼ਾ ਸਾਹਿਬ ਦੇਖੋ ਕੀ ਕਹਿ रहे हैं तजदीद दीन वो पाक कैफियत है कि अव्वल आशिकाना जोश के साथ उस पाक दिल में
حاصل ہوتی ہے جو مکالمہ الہی کے درجہ تک پہنچ گیا ہو، پھر دوسروں میں جلد یا دیر سے اس کی سرایت ہوتی ہے۔ جو لوگ خدا تعالیٰ سے مجددیت کی قوت پاتے ہیں وہ نرے استغفار فروش نہیں ہوتے، بلکہ واقعی طور پر نائب رسول اللہ صلی اللہ علیہ وسلم اور روحانی طور پر آن جناب کے خلیفہ ہوتے ہیں۔ خدا تعالیٰ انہیں ان تمام نعمتوں کا وارث بناتا ہے جو نبیوں اور رسولوں کو دی جاتی ہیں، اور ان کی باتیں از قبیل جو شیدن ہوتی ہیں، نہ محض از قبیل کو شیدن، اور وہ حال سے بولتے ہیں نہ مجرد قال سے، اور خدا تعالیٰ کے الہام کی تجلی ان کے دل پر ہوتی ہے، اور ہر ایک مشکل کے وقت وہ روح القدس سے سکھائے جاتے ہیں، اور ان کی گفتار و کردار میں دنیا کی مولونی نہیں ہوتی۔ فتح اسلام صفحہ 7 حاشیہ۔ یعنی مرزا صاحب کہہ رہے ہیں اللہ تعالیٰ تعالی کولوں الہام پا کے ایک مجدد آندا ہے اور حضرت محمد صلی اللہ علیہ وسلم دا نائب اور خلیفہ ہوندا ہے۔ اور پھر مرزا صاحب شہادت القرآن سے فرماتے ہیں کہ یہ کہنا کہ مجددوں پر ایمان لانا کچھ فرد نے خدا تعالیٰ کے حکم سے انحراف ہے، کیونکہ وہ فرماتا ہے من کفر بعد ذالک فاولئک هم الفاسقون، یعنی بعد اس کے جو خلیفے بھیجے جائیں پھر جو شخص ان کا منکر رہے وہ فاسقوں میں سے ہے۔ شہادت القرآن صفحہ 48۔ تو مرزا صاحب کہتے ہیں مجدد کا انکار کرنا اللہ صاحب تعالیٰ کے حکم سے ہن انحراف ہے۔ اپنی سیدھی اکھ کھولو نا، ہن سونا ٹائم لمبا نہیں نظر آ رہا، طارق چوہان ہن صاحب کھبی اکھ نال ویکھن لگے ہو۔ نہیں، اصل گل یہ کہ وہ تواڈے مرزا اصل صاحب گل دی یہ کہ میری کھبی اکھ چلدی ہے، جلے احمدی سامنے آ جان سجی اکھ میں سجی اکھ تو کانا واں، ان کیا وہ کرو؟ نہیں احمدی ہیں طارق چوہان صاحب؟ جی طارق چوہان صاحب نو احمدی نہیں منتے تسی؟ وہ بھی تے مرزا صاحب دی تحریر پڑھ کے پسند نے۔ تسی جڑے مزے لے رہے ہو نا، تسی احمدیاں دے خلاف کوئی گل کرے تے تسی بڑے چسکے لے کے سن دے ہو۔ خلاف سے کر ہی نہیں کہ مرزا صاحب دی تحریر احمدیت، پڑھ رہے ہیں۔ بغض احمدیت، مرزا صاحب دی تحریر، جلے مرزا صاحب دی تحریر نو میں پریکٹیکل دے رہا، اتھے کتھے وڑ جاندے ہو؟ اے ویکھو نا، اے جے پہل، اے جے ہاں غلط جی، زبان دا استعمال اے غلط تسی دیکھ زبان لو۔ وڑ گئی۔ چلو تانوں یہ دسو طلعت صاحب، مرزا صاحب دی وہ تحریر بھاویں ادھا گھنٹہ پڑھ کے سنا تواڈے کان کالے ہوندے پے نے؟ میرے ہوندے جس دے مطلب ٹھیک ہے، وہ الٹے لین، میں ٹھیک۔ سوائے عرض کر رہا ہاں، سن بھی اللہ تعالیٰ نے عقل شعور دیتا ہی ہے، تاریخ سب دی سانجی ہے، یہ کوئی احمدی ہوئے شیعہ ہوئے سنی ہے، یہ تاریخ سب دی سانجی ہے۔ تسی میں دسو کہ محمد صلی اللہ علیہ وسلم تو بعد کسی مجدد نے نبی ہون دا دعویٰ کیتا ہے؟ میں دسو تکاؤ نا، نہیں پھر نہیں، میں عرض کر رہا ہاں، سنو میری گل پوری ہون دیتا کرو، ادھے سن دیو مزے لے کے ایک الٹے کان نال تے الٹی انکھ نال، جلے احمدی گل کہندے میں کانا ہو گیا واں، اس نے نہ کیتا کرو۔ تے تسی بھی سنو احمدی ہو تے وہ بھی احمدی نے۔ او سن کے احمدی وڑ گئے، سن کے لون گل اے عامر صاحب سنو، گل اے ایک تے میں سنے ثبوت دیتا ہے کہ تاریخ دے ویکھو، اگر تاریخ وچ مجدداں نے دعویٰ کیتا ہے اور نبی بھی دعویٰ کیتا ہے میرے علم تو دکھاؤ، میں مناں گا نا۔ انہاں دی تحریر دے الٹے مطلب لے لو، صرف میں اپنے جمبا صاحب نو سچا کرنا ہے کسی طریقے نہ، الٹے مطلب نکلن، سدھے نکلن، جس طرح آپ لوگوں نے عیسیٰ علیہ السلام نو آسمان تے بٹھانا ہے نا، جیڑی آیت دی مرضی ہے طویل چھک رکھو تے پٹ رکھو۔ ہن اے مرزا صاحب دی جیڑی کہ نا فرمان ہے انہاں نو پٹ رکھ رہے ہیں کہ جمبا صاحب نو سچا کرنا ہے اساں کسی طریقے نہ۔ میں عرض کر رہا ہاں، میں بار بار کہہ رہا ہاں کہ کوئی ہسٹری دکھاؤ اسلام دی۔ تسی کہندے ہو ہر صدی تے مجدد آیا، ٹھیک ہے میں بھی مندا ہے، ایک نہیں کئی آئے ہونے، لیکن مجدد کو اللہ نے اختیار نہیں کیتا کہ وہ دعوے مجددی کرے کہ میں مجدد ہوں اور مجھ تے ایمان لے آؤ۔ دوسرا گل ہے اللہ اعلام وہی مجدد تے بہت اعلیٰ مقام ہے نا، ایک عام انسان نو بھی اللہ اعلام وہی کر سکتا ہے، میرا یہ دعویٰ ہے، لیکن تجدید دین آستے صرف ایک اللہ اپنے نبی رسول نو کرتا ہے، یہ گلاں سواڈے سر اتوں لنگ جانگیاں۔ تجدید دین آستے کسی مجدد کسی اور بندے نو اللہ تعالیٰ اعلام اور وحی نہیں فرماتا، وہ اسے اپنے آستے کوئی پیار ہے، محبت ہے، کوئی اور اظہار کرتا ہے، اطلاع دیندا ہے، وہ اور گل ہے۔ لیکن دین دی تجدید آستے اللہ تعالیٰ صرف اپنے نبی رسول نو اعلام اور وحی کرتا ہے۔ یہ سواڈے سر دوتے لگ جان گی جنبوی صاحب،
ਜੰਬਵੀ ਸਾਹਿਬ ਇਹ ਗੱਲਾਂ ਇਮਾਨ ਇਹ ਦੀਆਂ ਨਜਾਇਜ਼ ਇਹ ਲਫ਼ਜ਼ ਤੁਹਾਡੇ ਸਿਰ ਨਹੀਂ ਤੋਂ ਨਹੀਂ ਲੰਘ ਨਹੀਂ ਨਹੀਂ ਜਾਣਗੀਆਂ। ਮਲਕ ਸਾਹਿਬ ਬੰਦੇ ਨਜਾਇਜ਼ ਬਣੋ। ਗੱਲ ਕਰ ਰਹੇ ਹੋ ਵੜ ਕੇ ਤੁਸੀਂ। ਖੱਡੇ ਜਾ ਤੇ ਮੈਂ ਲਾ ਦਿਓ ਥੱਲੇ। ਨਹੀਂ ਜੰਬੀ ਜੁੰਬੀ ਨਾ ਨਾ ਆਖੋ, ਤੁਹਾਨੂੰ ਫਿਰ ਮਿਰਜ਼ਾਈ ਆਖਣਗੇ, ਫਿਰ ਚੰਗੇ ਰਹੋਗੇ। ਮੈਂ ਮਿਰਜ਼ਾਈ ਹਾਂ, ਮੈਂ ਮਿਰਜ਼ਾਈ ਹਾਂ। ਤੁਸੀਂ ਤੇ ਮੈਨੂੰ ਸ਼ੱਕ ਪੈਂਦਾ ਰਿਚਰਸ ਦਾ ਸੂਟਾ ਲਾ ਕੇ ਆ ਗਏ ਹੋ। ਲਾ ਕੇ ਆਇਆ, ਮੈਂ ਬੋਤਲ ਪੂਰੀ ਛੱਡ ਕੇ ਆਇਆ। ਹੁਣ ਅਫਤਾਰੀ ਕੀਤੀ ਹੈ, ਅਫਤਾਰੀ ਚਲੋ ਤੇ ਮੈਂ ਹੈ ਪੂਰੀ ਬੋਤਲ ਇਹ ਛੱਡਦਾ। ਰੋਜ਼ਾ ਯਾਨੀ ਮਲਕ ਸਾਹਿਬ ਵਾਕਈ ਨੂੰ ਰੋਜ਼ਾ ਲੱਗਦਾ ਪਿਆ ਹੈ ਇਹ ਤਲਾ ਸਾਹਿਬ ਤੇ ਪ੍ਰੈਸ਼ਰ ਨਾ ਪਾਓ, ਇਹਨਾਂ ਦਾ ਦਿਮਾਗ ਥੋੜਾ ਜਿਹਾ ਹਿੱਲ ਗਿਆ ਵਾ ਅੱਜ ਮੈਂ ਕੱਲ੍ਹ। ਕਰੋ ਜੀ ਜ਼ਿਆ ਭਾਈ, ਜ਼ਿਆ ਭਾਈ, ਇਮਾਨ ਵਾਲੇ ਤਸ਼ਰੀਫ ਲੈ ਆਏ ਨੇ। ਜ਼ਿਆ ਭਾਈ, ਮੈਂ ਤੇ ਰਗ ਲਿਆ ਜ਼ਿਆ ਰਸੂਲ ਨਹੀਂ, ਤੁਸੀਂ ਪੱਕੇ ਰਸੂਲ ਹੋ। ਯਾਨੀ ਦੂਏ ਜਿਹੜੇ ਉਹ ਭਾਈ ਬਣੇ ਦੇ ਜੀ ਪੁਰਾਣੇ। ਆमिर नजीर साहब ਉਹਨਾਂ- मेरी बारी आ गई। ਤਲਤ ਸਾਹਿਬ ਗੱਲ ਕਲੋਜ਼ ਕਰੋ। ਆਮਿਰ ਸਾਹਿਬ ਮੈਂ ਕਹਾਣੀਆਂ ਫਿਲਮਾਂ ਨਹੀਂ ਚਾਹੀਦੀਆਂ। ਮੈਂ ਜਿਹੜੀ ਗੱਲ ਕਰੋਗੇ ਉਹਦਾ ਪ੍ਰੈਕਟੀਕਲ ਦਿਖਾਓਗੇ। ਅਗਰ ਮੁਜੱਦਦ ਆਏ ਉਹ ਨਬੀ ਰਸੂਲ ਹਨ ਤੇ ਉਹਨਾਂ ਦਾ ਮੈਂ ਦਾਵਾ ਦਿਖਾਓ ਕਿ ਫਲਾਣੇ ਮੁਜੱਦਦ ਨੇ ਦਾਵਾ ਕੀਤਾ ਫਲਾਣਾ ਫਲਾਣੇ ਸਦੀ ਦਾ ਫਲਾਣਾ ਮੁਜੱਦਦ ਹੈ, ਇਸ ਸਦੀ ਦਾ ਫਲਾਣਾ ਮੁਜੱਦਦ। ਕਹਾਣੀਆਂ ਕਿਸੇ ਸੁਣ ਕੇ ਮੇਰੇ ਕੰਨ ਪੱਕ ਗਏ। कोई प्रैक्टिकल मैंने तकाना है तुसा ने हिम्मत करो। और मेरा ये दावा नहीं है कि अल्लाह इलाम वही नहीं करता। मेरा दावा है अल्लाह जिन्हों चाहे किसी इंसान भी इलाम वही हो सकती है। लेकिन तजदीद दीन आस्ते सिर्फ और सिर्फ अल्लाह अपने नबी रसूल नू इलाम और वही करता है और तजदीद दीन फरमांदा है। जज़ाकल्लाह। माइक म्यूट कर लो। चलो तारक चौहान साहब 2 मिनट ਤੁਹਾਡੇ ਕੋਲ ਟਾਈਮ ਨੇ। जी मिर्जा साहब कहते हैं जब हज़रत मोहम्मद सल्लल्लाहु अलैहि वसल्लम दुनिया में ज़ूर फरमा हुए और खुदा ताला ने इस नबी करीम को ख़ातमुल अंबिया ठहराया तो बवजह ख़त्म नबूवत हज़रत सल्लल्लाहु अलैहि वसल्लम के दिल में ये हम गम रहता था कि मुझसे पहले दीन के कायम रखने के लिए हज़ार नबियों की ज़रूरत हुई और मेरे बाद कोई नबी नहीं जिससे रूहानी तौर पर तसल्ली हासिल हो। इस हालत में फसादात का अंदेशा है और हज़रत सल्लल्लाहु अलैहि वसल्लम ने इस बारे में बहुत दुआएं की। तब खुदा ताला हज़रत सल्लल्लाहु अलैहि वसल्लम को बिशारत दी और वादा फरमाया कि हर सदी के सर पर दीन की तजदीद के लिए मुजद्दद पैदा होता रहेगा जिसके हाथ पर खुदा ताला दीन की तजदीद करेगा। और फरमाया इन्ना नहनो नज़्ज़लना ज़िक्रा व इन्ना लहू लहाफ़िज़ून, यानी हम आप कुरान शरीफ की हिफाजत करेंगे और अपनी तरफ से ऐसे लोगों को भेजते रहेंगे जो कमालात नबूवत पाकर और हक़ के जल्ला व उला और उसके बंदों में वास्ता बनकर राह रास्त की लोगों को हदायत करेंगे। और हदीस सही में आ चुका है कि जो शख्स अपने वक्त के इमाम को शनाख्त नहीं करता उसकी मौत जाहिलों की सी मौत होगी और हक्कानी मार्फत और हकीकी ईमान से बेनसीब रहेगा। मकतूबात अहमद जिल्द अव्वल बनाम हाजी मोहम्मद वलीउल्लाह सफ़ा ਤਲਤ ਸਾਹਿਬ ਇੱਥੇ 200 ਮੌਜੂਦ ਨਹੀਂ ਹੈ ਨਾ। ਫਿਰ ਤਰਾਨਵੇਂ। ਕਿੱਧਰ 1 ਮਿੰਟ ਰੁਕ ਜਾਓ। ਤਲਤ ਸਾਹਿਬ ਨੂੰ ਆ ਲੈਣ ਦੋ, ਸੁਣਦੇ ਹੀ ਨਹੀਂ ਪਏ ਹਨ। हाँ जी और तल्ला साहब नहीं सुने। आमिर नज़ीर साहब तुसी खुद सोचो ਇਹ ਵਾਲੀ ਡਿਸਕਸ਼ਨ ਤੇ ਹੈ ਹੀ ਨਹੀਂ ਕਿ ਕੋਈ ਆਇਆ ਨਹੀਂ ਆਇਆ। ਅਸੀਂ ਤੇ ਗੱਲ ਕਰ ਰਹੇ ਨਹੀਂ ਮਿਰਜ਼ਾ ਆ ਸਾਹਿਬ ਗਏ ਇਹ ਨੇ ਕਹਿ ਮਲਕ ਰਹੇ ਸਾਹਿਬ, ਆ ਗਏ ਨੇ ਮਲਕ ਸਾਹਿਬ। ਅੱਛਾ ਤੁਹਾਡਾ ਤੁਸੀਂ ਇਹਨਾਂ ਸਵਾਲ ਨੂੰ ਕਿਉਂ ਨਹੀਂ ਤਾਰਕ ਕਹਿੰਦੇ ਕਿ ਚੌਹਾਨ ਇਹ ਸਾਹਿਬ, ਮਿਰਜ਼ਾ ਸਾਹਿਬ ਦੀ ਤਾਲੀਮ ਹੈ? ਕੋਈ ਆਇਆ ਨਹੀਂ ਆਇਆ ਤੇ ਇਹਦਾ ਮਤਲਬ ਮਿਰਜ਼ਾ ਸਾਹਿਬ ਫਿਰ ਝੂਠੇ ਨੇ ਅਗਰ ਉਹਨਾਂ ਨੇ ਇਹ ਗੱਲਾਂ ਕੀਤੀਆਂ ਨੇ। ਟੂ ਦੀ ਪੁਆਇੰਟ ਦੱਸੋ। ਤੁਹਾਡਾ ਇੱਕ ਫਿਕਰੇ 2 ਫਿਕਰੇ ਸਵਾਲ ਕੀ ਹੈ ਤਲਤ ਮੇਰਾ ਸਾਹਿਬ? ਇਹ ਸਵਾਲ ਹੈਗਾ ਕਿ ਮਿਰਜ਼ਾ ਸਾਹਿਬ ਕਹਿ ਰਹੇ ਨੇ ਕਿ ਅੱਲਾਹ ਤਾਲਾ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾਲ ਵਾਅਦਾ ਕੀਤਾ ਮੁਜੱਦਦੀਨ ਨੂੰ ਭੇਜਣ ਦਾ ਜਿਨ੍ਹਾਂ ਨੇ ਆ ਕੇ दीन दी हिफाजत करनी है, कुरान मजीद दी हिफाजत करनी है। इन्ना नहनु नज़्ज़लना ज़िक्रा व इन्ना लहू लहाफ़िज़ून, वो मुजद्दिदीन ने आके करनी मिर्ज़ा साहब के मुताबिक। और जेड़ा उन्होंने नहीं मनेगा वो जाहलियत दी मौत मरेगा। ए मिर्ज़ा साहब कह रहे हैं। ਸਵਾਲ ਕੀ ਹੈ ਤੁਹਾਡਾ? ਸਵਾਲ ਕੀ? मेरा ये सवाल है कि ए कहते ने कि मुजद्दद की ज़रूरत नहीं है, मुजद्दद ने तो आना ही नहीं है, साड़ी खिलाफत हुण चल रही है। ਠੀਕ। मैं कहने का मतलब तुसी मिर्ज़ा साहब ने झूठा करार दे रहे हो। ਇਹਨਾਂ ਨੂੰ ਹੁਣ ਸਵਾਲ ਦਾ ਜਵਾਬ ਪੁੱਛਣੇ ਆ। ਤੁਸੀਂ ਮਾਈਕ ਹਾਂਜੀ। ਮਿਊਟ ਕਰ ਲਓ। ਤਲਤ ਸਾਹਿਬ 2 ਦੀ ਪੁਆਇੰਟ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਹੈ। ਉਹ ਕਹਿੰਦੇ ਨੇ ਕਿ ਜਿਹੜੇ ਮੁਜੱਦਦ ਨੇ ਉਹਨਾਂ ਤਜਦੀਦ ਦੀਨ ਵਾਸਤੇ ਆਉਣਾ ਸੀ। ਤੁਸੀਂ ਮੁਜੱਦਦ ਦੀ ਜ਼ਰੂਰਤ ਨੂੰ ਕਿਉਂ ਨਹੀਂ ਪਏ ਮਹਿਸੂਸ ਕਰਦੇ ਤੇ ਕਿਉਂ ਨਹੀਂ ਪਏ ਕਿਸੇ ਨੂੰ ਮੁਜੱਦਦ ਦਾ ਆਉਣਾ ਮੰਨਦੇ ਆ? ਹਾਂਜੀ आमिर साहब मैं रिक्वेस्ट थोड़ा तो सब तो पहले करूंगा दाइनी हाथ उत्ते जेड़ा हथ रखा है ना अख उत्ते ओ लाओ। दाइने जेड़ा थोड़ा कान है उसी रूह जेड़े पाए उन्होंने बाहर कड्डो ते मेरी गल सुनो। क्या मिर्जा गुलाम अहमद अलैहिस्सलाम तो बाद मुजद्दद दा सिलसिला शुरू होना सी या मोहम्मद सल्लल्लाहु अलैहि वसल्लम तो बाद? जी आमिर साहब शार्ट जिहा जवाब। ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ। मोहम्मद सल्लल्लाहु अलैहि वसल्लम तो क्या साढ़े कोल हिस्ट्री मौजूद है मोहम्मद सल्लल्लाहु अलैहि वसल्लम तो बाद किसी मुजद्दद ने नबी होने का दावा किया है? ਨਹੀਂ ਕੀਤਾ। आखो तो हाथ ला लो सज्जे कान विचों रूह कढो।
ਮੈਂ ਜੀ ਕਹਿੰਦਾ ਸਵਾਏ ਮਿਰਜ਼ਾ ਸਾਹਿਬ ਦੇ ਕਿਸੇ ਨੇ ਦਾਵਾ ਨਹੀਂ ਕੀਤਾ ਨਬੀ ਰਸੂਲ ਹੋਣ ਹੁਣ ਮੈਨੇ ਦੱਸੋ ਇਹ ਸ਼ਖਸ ਜਿਹੜਾ ਬੈਠਾ ਦਾ ਹੈ ਮੇਰਾ ਭਰਾ ਕੱਲ ਇਹਨਾਂ ਨੇ ਰਾਮ ਜੰਬਾ ਸਾਹਿਬ ਨੂੰ ਸਿਰਫ ਸੱਚਾ ਕਰਨਾ ਹੈ ਇਹ ਕਹਿੰਦੇ ਭਾਈ ਮਿਰਜ਼ਾ ਸਾਹਿਬ ਦੀ ਤਹਿਰੀਰ ਮਿਰਜ਼ਾ ਸਾਹਿਬ ਦੀ ਉਹ ਮਿਰਜ਼ਾ ਸਾਹਿਬ ਦੀ ਤਹਿਰੀਰ ਨੂੰ ਸਮਝਣਾ ਵੀ ਹੈ ਨਾ ਅਕਲ ਨਾਲ ਔਰ ਫਹਿਮ ਨਾਲ ਔਰ ਮੁਤਕੀ ਬਣ ਕਰ ਜਿਲੇ ਮਿਰਜ਼ਾ ਸਾਹਿਬ ਦਾ ਇਹ ਫਹਿਮ ਅਸੀਂ ਪ੍ਰੈਕਟੀਕਲ ਵੀ ਲੈ ਕੇ ਆਨੇ ਆ ਜਿਹੜੇ ਮਤਲਬ ਤੁਸੀਂ ਕੱਢ ਰਹੇ ਹੋ ਸਰਾਸਰ ਬਿਲਕੁਲ ਕਤਨ ਹੀ ਗਲਤ ਹਨ ਕੀ ਸਹੀ ਹੈ ਸਹੀ ਬਿਆਨ सही ਕਰੋ है ਹਾਂ सुनो मुजद्दद आयन मैं ਹਾਂ मुजद्ददा का इनकार ही नहीं कर रहा हदीस नबवी है और मैंने पता है अल्लाह ताला अपने बंदे को कम लैंदा है कम लैण का मतलब ये उन्होंने खबर नहीं करता कि मैं तेरे को कम लै रहा जी उस बंदे नू खबर नहीं कर जेड़े मुजद्दद हैं बहुत सारे लोग हैं जिन्हां ने दीन दी खिदमत कीती है और हू बहु ईमानदारी नाल कुरान चो मीनिंग मतलब लै के जेड़ा उन्होंने लोगों नू दीन दिता है ठीक है वो मुजद्दद हैं उन्होंने दावा मुजद्ददी है ही नहीं ये कहने दावा भी है ईमान भी लेके आना है मोहम्मद सल्लल्लाहु अलैहि वसल्लम तो बाद मैं प्रैक्टिकल तका रहा इस्लाम दी हिस्ट्री कि किसी मुजद्दद ने ऐलान नहीं किया प्लस उन्हें नहीं किया मैं मुजद्दद हां, मेरे ते ईमान ले आओ जेड़ा नहीं लेके आएगा फासिक हो जाएगा सिर्फ मुजद्दद आन दा ईमान है कि मुजद्दद आए अल्लाह ताला ने उन्होंने को काम लिया है ਕਹਿਣਾ ਕੀ अगे ਚਾਹੁੰਦੇ भी ਹੋ अगे एक मिनट आमिर साहब प्लीज अगे ਛੋਟੀ भी ਗੱਲ ਕਰੋ मुजद्दद आएंगे मेरा इनकार नहीं है लेकिन उन्हों का दावे मुजद्ददी नहीं होएगा ना उन्होंने इमाओ ऐलान करें ईमान लेके आना तो उससे जरूरी होता है जेड़ा दावा करे जिले दावे ही नहीं है तो ईमान कितों लेके आना है सिर्फ ईमान ये है कि मुजद्दद आएंगे जिस तरह मोहम्मद सल्लल्लाहु अलैहि वसल्लम तो बाद और मिर्जा साहब तो पहले मुजद्दद आए इस तरह हुण भी आएंगे ਅੱਛਾ ना उन्हों का ਮੁਜੱਦਦ दावा होएगा ना उन्होंने ईमान लेके आना जरूरी होएगा दीन इस्लाम हदीसा कुरान ये कह रहा है अगर साढ़े को दावा है कि किसी मुजद्दद ने ऐलान किया है मुझ ते ईमान लेके आओ मैं नबी अल्लाह भी हाँ मैनू अल्लाह ऐलान वही करता है और मैं तजदीद दीन वास्ते आया मेरे ते ईमान जरूरी है ते तुसां ने वो दावा सबूत नाल प्रैक्टिकल पेश करना है कहानियां किस्से नाल तहरीरां पढ़ के ये तहरीरां चो नहीं साबित करना ਠੀਕ तहरीरां ते मतलब तुसी ਬਸ गलत लै रहे हो ਬਸ बस ਰੁਕ ਜਾਓ मैं 2-2 मिनट ना लादा मलिक साहब की ना अपना ਆ- अंबर भाई ਆਹੋ 2 ਠੀਕ ਮਿੰਟ ਹੈ ਯਾਰ ਉਹ ਆਪਣੀ ਗੱਲ ਕਰ ਦਿੱਤੀ ਉਹਨਾਂ ਨੇ 2 ਮਿੰਟ ਨਹੀਂ ਲਾਣੇ ਅੱਛਾ ਅੱਛਾ ਦੇਖੋ ਨਾ ਇਹ ਕਹਿ ਰਹੇ ਨੇ ਕਿ ਜੀ ਮੁਜੱਦਦ ਦਾ ਤੇ ਉਹਨਾਂ ਨੇ ਕੋਈ ਦਾਵਾ ਹੀ ਨਹੀਂ ਕੀਤਾ मिर्जा साहब कह रहे ने इस जमाना में नबी से ये मुराद है कि वो तजदीद दीन के लिए मामूर हो यानी मिर्जा साहब ਇਹ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ ਫਿਰ ਦੇਖੋ ਇਹਨਾਂ ਦੀ ਆਪਣੀ ਜਿਹੜੀ ਪਾਕਟ ਬੁੱਕ ਹੈ ਨਾ ਇਹ ਜਿਹੜੇ ਇਤਰਾਜ਼ ਕਰ ਰਹੇ ਨਾ ਇਹੀ ਇਤਰਾਜ਼ ਉਹਦੇ ਵਿੱਚ ਉਹਨਾਂ ਨੇ ਰੱਖੇ ਨੇ ਅਬਦੁਰ ਰਹਿਮਾਨ ਮਲਕ ਖਾਦਮ ਮਜ਼ਹਬੀ ਇਨਸਾਈਕਲੋਪੀਡੀਆ ਯਾਨੀ ਮੁਕੰਮਲ ਤਬਲੀਗੀ ਪਾਕਟ ਬੁੱਕ ਉਹਦੇ ਸਫਾ 467 468 ਤੇ ਉਹਨਾਂ ਲਿਖਿਆ ਹੈ। ਉਹਨਾਂ ਨੇ ਸ਼ੁਰੂ ਕੀਤਾ ਹੈ ਹਦੀਸ ਮੁਜੱਦਦੀਨ अन अबी हुरैरता रज़ी अल्लाहु अन्हु क़ाल क़ाल रसूलुल्लाह सल्लल्लाहु अलैहि वसल्लम इन्नल्लाह यबअसु लिहाज़िल उम्मति अला रासि कुल्लि मिअतिन सनतिन मन युजद्दिदु लहा दीनहा अबू दाऊद किताबुल मुलाहिम कि हज़रत अबू हुरैरा से मरवी है कि हज़रत सल्लल्लाहु अलैहि वसल्लम ने फरमाया इस उम्मत के लिए हर सदी के सर पर एक मुजद्दद मबूस फरमाया करेगा जो आकर दीन की तजदीद करेगा। अब्दुर रहमान मलक खादम साहब ਦੀ ਪਾਕਟ ਬੁੱਕ ਲਿਖੀ ਹੈ। ਅੱਛਾ ਅੱਗੇ ਉਹਨਾਂ ਨੇ ਜ਼ਰੂਰੀ ਨੋਟ ਦਿੱਤਾ ਹੈ ਉਹਦੇ 'ਚ ਕੀ ਲਿਖਦੇ ਨੇ ਕਹਿੰਦੇ ਨੇ ਬਾਜ਼ ਗੈਰ ਅਹਿਮਦੀ ਦੋस्त जब आजिज आ जाते हैं जब बाद गैर अहमदी दोस्त जब आजिज आ जाते हैं तो कह दिया करते हैं कि मुजद्दद के लिए दावा करना ज़रूरी नहीं यानी ए मलक वान साहब तो अपने अहमदी कह रहे हैं ना वो कह रहे ने बाद गैर अहमदी एतराज़ करते ने और अहमदियां ने एतराज़ नहीं उदों कीता सी हुण अहमदी एतराज़ करना शुरू हो गए ने बाद गैर अहमदी दोस्त जब आजिज आ जाते हैं तो कह दिया करते हैं कि मुजद्दद के लिए दावा करना ज़रूरी नहीं इसलिए मुमकिन है कि इस सदी का मुजद्दद दुनिया में मौजूद हो मगर उसने दावा न किया हो। क्या किसी पहले मुजद्दद ने भी दावा मुजद्दद किया है? मलक वान साहब यही सवाल पूछ रहे हैं ना। अच्छा मलक अब्दुर रहमान खादम साहब इस जवाब देंदे ने इसके जवाब में याद रखना चाहिए तमाम गुज़श्ता मुजद्दिदीन की जुमला तहरीरात हमारे पास महफूज नहीं हैं ताकि हम हर एक का दावा उनकी अपनी ज़बानी दिखा सकें। हाँ जिन मुजद्दिदीन के पास तहरीरात महफूज हैं उनमें से 3 का दावा दर्ज किया जाता है। नीचे उन्होंने 3 मुजद्दिदीन का दावा दर्ज किया है हज़रत मुजद्दिद अलफ़सानी
حضرت امام سیوطی اور حضرت شاہ ولی اللہ محدث دہلوی۔ ਨਹੀਂ ਇਹ ਜਿਹੜੇ ਬਾਅਦ ਚ ਦੋ ਤੁਸੀਂ ਨਾਂ ਲਏ ਨੇ ਨਾ, ہاں جی ਇਹਨਾਂ ਦਾ ਦਾਵਾ ਤੇ ਮੌਜੂਦ ਨਹੀਂ ਹੈ, ਲੇਕਿਨ ਅਹਿਮਦ ਸਰਹੰਦੀ ਦਾ ਦਾਵਾ ਮੌਜੂਦ ਹੈ। ہاں جی انہوں نے ਉਹਨਾਂ ਦੇ ਵੀ ਦਾਵਾ ਲਿਖਿਆ ਬਹਿਰਲ ਇਹਦੇ ਵਿੱਚ। ਕੀ ਹਵਾਲਾ ਦਿੱਤਾ ਨੇ? ਉਹਨਾਂ ਨੇ ਹਵਾਲਾ ਦਿੱਤਾ ਹੈ ਹਜ਼ਰਤ ਸ਼ਾਹ ਵਲੀ ਅੱਲਾ ਮੁਹੱਦਸ ਦਹਿਲਵੀ ਦਾ ਲਿਖਿਆ ਹੈ ਕਦ ਬਸਨੀ ਅੱਲਾਹੁ ਖਿਲਤ المجددیہ، ਇਹ ਉਹਨਾਂ ਦੇ ਅਲਫਾਜ਼ ਨੇ ਤਫਹੀਮਾਤ ਇਲਾਹੀਆ با حوالہ ہجۃ الکرامہ از نواب صدیق حسن خان صاحب، اور حضرت امام جلال الدین سیوطی ਦਾ انی المجدد ਇਹ ਉਹਨਾਂ ਦਾ ਦਾਵਾ ਸੀ، وہ بھی ہجۃ الکرامہ از نواب صدیق حسن خان صاحب۔ جماعت احمدیہ ਦਾ ਆਪਣਾ ਲਿਟਰੇਚਰ ਹੈ، تو ਇਹ ਇਹਨਾਂ ਦਾ ਇਤਰਾਜ਼ ਹੋ ਗਿਆ ਨਾ ਪੂਰਾ، ਜਿਹੜਾ ਇਹਨਾਂ ਦਾ ਆਪਣੀ ਕਿਤਾਬਾਂ 'ਚ ਇਤਰਾਜ਼ ਦਿੱਤਾ ਹੈ، ਜਵਾਬ ਦਿੱਤਾ ਹੈ۔ ਅੱਲਾ ਸਾਹਿਬ ਦਿਓ ਜਵਾਬ, ਰਾਜ ਤੁਹਾਡਾ ਦੂਰ ਹੋ ਗਿਆ। ਯਾਨੀ ਕਿ ਇਹ ਕਹਿਣਾ ਚਾਹੁੰਦੇ ਨੇ 12 ਸਦੀਆਂ ਗੁਜ਼ਰ ਗਈਆਂ, ਇਹ ਤਰੇ ਦੇ ਮੁਜੱਦਦਾਂ ਦੇ ਦਾਅਵੇ ਮੌਜੂਦ ਹਨ। ਕਿਆ ਉਹਨਾਂ ਮੁਜੱਦਦਾਂ ਨੇ ਇਹ ਵੀ ਕਿਹਾ ਕਿ ਅਸੀਂ ਨਬੀ ਅੱਲਾ ਵਾਂ? ਇਹ ਅਗਰ ਕਿਸੇ ਨੇ ਕਹਿ ਦਿੱਤਾ ਹੈ, ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਨਬੀ ਹਾਂ, ਤੇ ਸਾਰੇ ਅੱਲਾ ਦੇ ਨਬੀ ਬਣ ਗਏ। ਮੈਂ ਤੁਹਾਨੂੰ ਇੱਕ ਗੱਲ ਕੀਤੀ ਹੈ, ਇਸਲਾਮ ਜਿਹੜਾ ਹੈ ਕੁਰਾਨ ਦਾ ਫਹਿਮ ਹੈ ਨਬੀ ਤੋਂ ਇਲਾਵਾ ਕਿਸੇ ਤੇ ਈਮਾਨ ਲਿਆਣਾ ਜ਼ਰੂਰੀ ਨਹੀਂ ਹੈ, ਕਿਉਂਕਿ ਨਬੀ ਦਾਅਵਾ ਕਰਦਾ ਹੈ اور اعلام اور وحی دے دعویٰ کرتا ہے کہ میں نے اللہ نے اعلام اور وحی کر کے ਮੁਜੱਦਦ ਤੇ ਇਮਾਨ ਲਿਆਉਣਾ ਜ਼ਰੂਰੀ ਨਹੀਂ ਹੈ। جی ਮੁਜੱਦਦ ਉੱਤੇ ਇਮਾਨ ਲਿਆਉਣਾ ਜ਼ਰੂਰੀ ਨਹੀਂ ਹੈ। سب تو پہلے عامر صاحب میری گل نو سمجھو، مجدد دا دعویٰ ہوئے گا تے تسی ایمان لے کے آؤ گے نا۔ ਦਾਵਾ ਤੋਂ ਨਾ ਪੇਸ਼ ਕਰਤਾ ਨਾ ਤਰ੍ਹਾਂ میں اتنے دعوے ہو گئے، 9 اور دعوے کتے میں کٹو دے۔ ਨਹੀਂ 3 ਦਾਅਵੇ ਤੇ ਚੌਥਾ ਮਿਰਜ਼ਾ ਸਾਹਿਬ ਦਾ ਦਾਵਾ। مرزا صاحب اگر مجدد ہوندے رب کعبہ دی قسم انہاں دا دعویٰ نہیں ہوندا، اگر ہوندا بھی کہ میں مجدد ہاں انہاں تے ایمان لے آنا ضروری نہیں ہوندا۔ ਯਾਨੀ ਤੁਸੀਂ انہاں دا ਮੁਕਮਲ ਗੱਲ ਕਰੋ। انہاں دے امتی نبی ہون دا دعویٰ کیتا ہے، او دے نال مجدد ہون دا دعویٰ کیتا ہے۔ ਤੁਸੀਂ ਇਹ ਕਹਿਣਾ ਚਾਹੁੰਦੇ ਹੋ تجدید ਕਿ دین۔ ਮੁਜੱਦਦ ਦੇ ਉੱਤੇ ਇਮਾਨ ਲਿਆਉਣਾ ਫਰਜ਼ ਨਹੀਂ، ਇਹੀ ਕਹਿਣਾ ਚਾਹੁੰਦੇ ਹੋ ਨਾ? پھر وہی گل میرے تو سے ماشاءاللہ بڑے زبردست گیم کھیڈ دے ہو، میرا ادھا جملے دا ادھا مطلب کٹو گے، تسی لیندے رہو، میں تے پتہ ہے میرا رب جانا میں کی کہہ رہا، تسی جے کچھ سمجھے ہو، میں اس دا ذمہ دار نہیں ہاں، میں جے کچھ کہہ رہا ہوں دا ذمہ دار ہاں کہ کسی مجدد نے آج تک دعویٰ نہیں کیتا کہ میں مجدد ہاں اور میرے تے ایمان لے کے آؤ۔ جیڑا ایمان نہیں لے کے آئے گا وہ فاسق ہو جائے گا، مشرک ہو جائے گا یا کافر ہو جائے گا۔ دکھاؤ دعویٰ۔ 4 ਬੰਦਿਆਂ ਨੇ ਦਾਅਵੇ ਕੀਤੇ ਨੇ۔ میں کہنا تسی اگے ایک مان رہے سو، ہولی ہولی ماشاءاللہ اضافہ ہو گیا، سوڑا بھی اگے 3 سن، ਨਹੀਂ ਮੇਰੇ علم ਨਹੀਂ ہے، 4 ہو گئے، سنو نا 4 ہو گئے۔ اللہ ਪੰਜ ਬੰਦਿਆਂ نے میں ਦਾਵਾ عرض کر ਕੀਤੇ ਨੇ رہا احمد عامر نبی۔ صاحب میری گل دا مختصر جواب دیو، کیا اے جنہاں دے دعوے تساں نے تکائے، انہاں نے کہا کہ اسی اللہ دے نبی ہاں، سن الہام وہی ہوندا، ساڈے تے ایمان لے آنا ضروری نہیں لے کے آئے گا۔ ਕਹਿੰਦੇ ਨਬੀ ਹੁੰਦਾ ਉਹਨਾਂ ਦਾਅਵਾ ਕੀਤਾ ਹੈ، ਗੱਲ ਤੇ ਮੁਜੱਦਦ ਦੀ ਪੇ ਕਰਨੀ ਹੈ۔ اوے جڑے بھائی کہہ رہے ہیں کہ وہ نبی اللہ ہوندا، انہوں الہام وہی ہوندا ہے، ਹਰ پتہ ਮੁਜੱਦਦ نہیں تسی او بھائی جان وہ سجے بھائی کل میں نہیں چور کہہ رہا، دوری مرزا صاحب کٹو۔ کہہ رہے نے، سجے مرزا صاحب کہہ رہے بیوقوف ہیں، آدمی مرزا ویسے، صاحب کہہ رہے ہیں بے میں وقوف مرزا آدمی صاحب کو دے حوالے دے رہے دسو، ہیں، مرزا صاحب اے کہہ رہے جاہل ہیں آدمی نو الہام دسو کی کہ وہ تجلی اس کے پریکٹیکل دل لے پر کے ہوتی آنا ہے۔ ہے۔ ਬਾਜ਼ ਆ ਜਾਓ। ਤੱਲਤ ਸਾਹਿਬ ਹੈ ਜਾਇਲ ਜੂਲ ਤੇ ਇਸ ਤਰ੍ਹਾਂ ਦੇ ਲਫ਼ਜ਼ جاہل ہے، جاہل ہے۔ ਫਿਰ ਤੁਸੀਂ ਲਾਜਵਾਬ ਹੋ گئے تو انج آکھو میں لاجواب ہو میں گیا۔ لاجواب ہاں جی، میں لاجواب ہاں۔ ہاں جی چلو چلو ٹھیک ہے، شکر ہے، اے دیکھو نا، اے شکر کہہ ہے رہے ہیں نا تساں مجدد ایک پر احمدی ایمان نو تے لانا منیا ضروری اے احمدی نہیں ہے۔ ٹھیک ہے۔ ہاں جی اے دیکھو، اے مرزا صاحب کی کہہ رہے نے، اور اور یہ یار کہنا، انہاں نو عامر صاحب یہ اور پاگل یہ ہو گئے، کہنا کہ دماغ خراب ہے۔ مجددوں پر ایمان عامر لانا، صاحب میری واری انہاں دے منہ تے، انہاں دے منہ وچ ہاتھ پاؤ، رک اتنے نہیں جاؤ۔ رکھو، منہ وچ ہاتھ پاؤ پورا۔ ਗੱਲ ਕਰੋ ਤੱਲਤ ਸਾਹਿਬ ਤੁਸੀਂ ਗੱਲ ਮੁਕਾਓ۔ گل ہے عامر صاحب یہ تحریراں صرف پڑھ دے، میں انہاں نو کہہ رہا تحریراں تو بعد پریکٹیکل ثابت کرو، ادھر آندے نہیں ہیں، ادھر جا کے تحریراں وچ وڑ جاندے ہیں۔ میں کہنا قرآن وچ لکھا ہے کہ شہید کو مردہ مت سمجھو، انہوں کیوں خفن پہ باندھے ہو، انہوں کیوں نہلاندے ہو، انہوں کیوں قبر وچ پاندے ہو؟ جاہلو، سن کی پتہ دین کی ہے؟ ہر گل نو اس دا مطلب لینا پیندا ہے، سمجھنا پیندا ہے۔ اگر تسی سمجھدے ہو دین مردہ نہیں سمجھنا تے پھر انہوں گھر وچ رکھو چارپائی تے لٹا کے، انہوں نہ قبر وچ پاؤ، انہوں نہ خفن پواؤ، انہوں نہ اللہ سارا نظام اس دا کرو، نہ نماز جنازہ پڑھو۔ دین نو تساں نے دین نو مذاق میں جمبا صاحب کول بیٹھاں گے جا کے دین آ گیا، دین آ گیا،
ਉਹ ਭਾਈ ਨੂੰ ਸਮਝਣਾ ਵੀ ਹੈ ਮਿਰਜ਼ਾ ਸਾਹਿਬ ਦੀ ਤਹਿਰੀਰਾਂ ਪੜ੍ਹ ਦਿਓ ਜਿਲੇ ਮੈਂ ਸੁਣ ਕਹਿਣਾ ਕਿ ਉਹ ਪ੍ਰੈਕਟੀਕਲ ਵਿਖਾਓ ਤੁਸੀਂ ਫਿਰ ਤਹਿਰੀਰਾਂ ਵਿੱਚ ਵੜ ਜਾਂਦੇ ਹੋ ਪ੍ਰੈਕਟੀਕਲ ਵਿਖਾਣ ਦੇ ਬਜਾਏ आमिर साहब ਕੀ ਕਹਿੰਦੇ ਹੋ ਗੱਲ आमिर साहब इन्हें बताएं कि देखे मुजद्दद का दावा ही नहीं है अगर किसी ने कह दिया है मैं मुजद्दद हूं उन्होंने ये दावा नहीं किया कि मुझ पर ईमान ले आओ जो नहीं लाएगा वो काफिर हो दिखाओ दिखाओ अगर किसी ने कह दिया अपने तई तो उन्होंने समझा उन्होंने कह ਵਹਾ दिया ਦਿੰਦੇ ਹਾਂ। ਹੁਣ ਤੁਸੀਂ ਖਮੋਸ਼ ਹੋ ਜਾਓ ਤੁਹਾਨੂੰ ਵਹਾ ਦਿੰਦੇ ਹਾਂ। ਤੁਸੀਂ ਖਮੋਸ਼ ਹੋ ਹਾਂ, ਜਾਓ ਦੇਖੋ। ਤਾਰਿਕ ਚੌਹਾਨ ਸਾਹਿਬ ਮੁਜੱਦਦਾਂ ਤੇ ਈਮਾਨ ਲਿਆਉਣਾ तहरीर ਫਰਜ਼ मुझे ਹੈ नहीं चाहिए हाँ जी मैं दिखा जिसने देना मुजद्दद मैं दिखा होने का देना दावा किया है उसकी तहरीर चाहिए हाँ जी ये मिर्जा साहब कह रहे हैं और ये कहना आप कह कि रहे हैं देखो मुजद मिर्जा साहब और ये कहना कि मुजद्ददों पर ईमान आमिर लाना साहब आमिर सुनो साहब फर्ज फिर नहीं मैं उस मतलब लफ्ज साहब सुनो इस्तेमाल ना मेरी करांगा गल ओ मिर्जा साहब की तहरीर मैनू नहीं बस सुना और चुके ये यार कहना यार और ये मिर्जा साहब कहना की कि तहरीर मुजद्ददों पर ईमान लाना कुछ फर्ज नहीं मेरे खुदा रब्बा ताला के हुक्म से इनहिराफ है हाँ। एक ही और हो और किस तरह क्योंकि वो फरमाता है मन कफर बाद ज़ालिका का क्या खुदा का हाय हाय खबिया का खब्बा कान यानी मिर्जा साहब कह रहे हैं खुदा ताला के हुक्म से इनहिराफ है अल्लाह साहब मुंह मंगी मौत लब कीजिए हाँ जी आमिर साहब मैं आपको एक बात बता रहा हूँ क्या आप अल्लाह की बात का इनकार करेंगे शहीद जिंदा हैं ठीक है जब शहीद जिंदा हैं तो कभी आप अकल इस्तेमाल करें शहीद को कोई कब्र में दफनाता है या नहीं दफनाता वो तो जिंदा है जिंदगी नाल नहीं जिंदा है जाहिल हो गए हो आप लोग जाहिल हो गए हो शहीदों को भी जिंदा लोगों को कब्र में दफना रहे हो जनाजे पढ़ रहे हो खफन पहना रहे हो नहला रहे हो ਉਹ दुला रहे ਦੁनियाਵੀ हो ਜ਼ਿੰਦਗੀ ਨਾਲ ਸ਼ਹੀਦ ਵੀ ਜ਼ਿੰਦਾ ਨਹੀਂ ਹੁੰਦਾ ਉਹ ਬਰਜ਼ਖੀ ਜ਼ਿੰਦਗੀ ਨਾਲ ਜ਼ਿੰਦਾ ਹੁੰਦਾ हाँ हुण आयो ना अपनी जगह ते इसी तरह मिर्जा साहब की बात समझो कि जो मुजद्दद बात बताता है मुजद्दद क्या करता है मैं आपको बता देता हूँ मुजद्दद कुरान की एक्यूरेट तशरीह करता है एक्यूरेट दीन एक्यूरेट निज़ाम बताता है अभी कोई के अल्लाह की इबादत करो नमाज पढ़ो मुजद्दद कह रहे तो मैं मुजद्दद को कहूँगा मैं तुझे नहीं मानता तो फिर मैं दीन से खारिज हूँ ना वो कहेंगे मोहम्मद सल्लल्लाहु अलैहि वसल्लम अल्लाह के रसूल है मैं कहूँगा बिल्कुल ठीक है वो कहेंगे नमाज पढ़ो मैं कहूँगा बिल्कुल ठीक है नेकी करो ज़कात दो लोगों से प्यार करो मोहब्बत इसका कौन इनकार करेगा यानी मुजद्दद का नहीं मुजद्दद की बात जो वो बताएगा कुरान से तशरीह करके वो बात को मानना है ना कि मुजद्दद को मान हम तुझ पर ईमान लाते हैं तू अल्लाह का मुजद्दद है अल्लाह का नबी है हम तुझे नहीं मानेंगे वो पहले उसका दावा तो बता दो जबरदस्ती छोटा डंडा लेके उसे कहना है कि असी तेन मुजद्दद मानेंगे अगर उसका दावा है कि मुझे ना मानने वाला काफिर हो जाएगा तो मैंने तकाओ ठीक मुझे जो वो कुरान का फहम है दीन इस्लाम का फहम है एक नबी और रसूल के अलावा किसी का दावा है ही नहीं कोई ईमान में हिस्ट्री नहीं है कि नबी रसूल के अलावा कोई दावा करे और वो ऐलान करे मुझे मुझ पर ईमान भी लाओ जो नहीं लाएगा वो गैर मुस्लिम हो जाएगा पता ठीक नहीं है। कहाँ से दीन ले आए हो आप माइक शुक्र मत करो करो। मुसलमानों के घर पैदा हो गए हो फिर माइक पढ़े मत और करो। मिर्जा साहब की तहरीर जब आपकी बारी आएगी ना आपने प्रैक्टिकल नहीं दिखाना मिर्जा साहब ने फरमाया है जो मुजद्दद को नहीं मानेगा वो काफिर हो जाएगा फलाउड हो जाएगा खुदा आपको हिदायत अता दे मुजद्दद की बात अगर आप कोई बात करते हो तो आप भी मुजद्दद हो कुरान को एक्यूरेट उसकी तशरीह करते हो कुरान का फहम बताते हो तो आप मुजद्दद हो अच्छा मुजद्दद ठीक के है लिए दावा जरूरी नहीं है कि वो ठीक है दावा भाई। करे रुक जाओ ना रुक जाओ खामोश हो जाओ आमिर साहब साहब पहले सब्र करो मैं नहीं रुकूंगा पहले आप मुझे बताएं आप बीज का बिल्ला वाला किरदार ना करें आप अपना भी अकीदा बताएं क्या मुजद्ददों पर ईमान लाना जरूरी है और उन्होंने दावा किया है मोहम्मद सल्लल्लाहु अलैहि वसल्लम के बाद ਸਾਡਾ जी आमिर साहब ਸਾਡਾ ਤੁਹਾਡੇ ਦੋਵਾਂ ਨਾਲੋਂ ਕੀਦਾ नहीं नहीं दावा तरिया लो छोड़ दो आप अपना पहले बताओ ਸਾਡਾ ਇਹ ਅਕੀਦਾ ਹੈ ਕਿ ਮੁਜੱਦਦਾਂ ਉੱਤੇ ਈਮਾਨ ਲਿਆਉਣਾ ਜਾਂ ਉਹਨਾਂ ਦੀ ਸ਼ਨਾਖਤ ਕਰਨੀ ਪਹਿਚਾਨਣਾ ਕੋਈ ਪਤਾ ਹੀ ਨਹੀਂ ਕੌਣ ਮੁਜੱਦਦ ਹੈ ਕੌਣ ਨਹੀਂ ਕਿਸ ਤਰ੍ਹਾਂ ਈਮਾਨ ए, ਲਿਆਉਣਾ ए, ए हुण सजी अग थोड़ी जी इस्तेमाल कीती ने मेरी वाली गल जेड़े थोड़े मुंह चो निकल नहीं रही सी हुण मैं जोरी कटवाई है ਮੈਂ ਇਸ ਗੱਲ ਦਾ ਕਾਇਲ ਹਾਂ ਕਿ ਮੁਜੱਦਦਾਂ ਦੀ कहता ਤਸਦੀਕ मैं ਕਰਨੀ ना ਅੱਲਾ ਸਾਹਿਬ ये मैं कटवाई है थोड़े मुंह चो जबरदस्ती नहीं ता निकली है ਨਹੀਂ ਤੁਸੀਂ नहीं ਤਾਕਤ ते ਵਾਲੀ इकट्ठा हो के बहस करने आ, तुसी एक बार नहीं किया मुंह चो ਲੇਕਿਨ कि ਮਸਲਾ मुजद्दद ਇਹ भाई ਨਾ पहचान ਉਹ नहीं है ਮੇਰੀ दावा ਗੱਲ ਤਾਂ नहीं ਸੁਣੋ ਨਾ मेरी गल ਤੁਹਾਡੀ गल की सुनी है ਮੁਸੀਬਤ ਇਹ ਵੇ ਕਿ ਅੱਗੇ ਮੈਂ ਤੇ ਇਸ ਗੱਲ ਦਾ ਕਾਇਲ ਹਾਂ ਕਿ ਮੁਜੱਦਦਾਂ ਤੇ ਕੋਈ ਨਾ ਸ਼ਨਾਖਤ ਤੇ ਨਾ ਈਮਾਨ ਲਿਆਉਣਾ ਮਸਲਾ ਇਹ ਵੇ ਕਿ ਮਿਰਜ਼ਾ ਸਾਹਿਬ ਖੜੇ ਨੇ ਉਹ ਕਹਿੰਦੇ ਨੇ ਕਿ ਮੁਜੱਦਦਾਂ ਤੇ ਈਮਾਨ ਲਿਆਉਣਾ ਫਰਜ਼ ਹੈ मैं अर्ज कर रहा हूँ पता है हुण सुनो ना
زاویہ میں دس رہا جس کا تسی انکار کر رہے ہو. جیڑا زاویہ ہے بھائی لے رہے ہیں اے ماشاءاللہ علم والی شخصیت انہوں جلے میں پریکٹیکل لے کے گیا سوڑے سامنے پریکٹیکل کیتا اور تسا نے ہن خود کیتا اپنی زبانی کہ دعویٰ ہی نہیں ہے ہم ایمان کے تو لے کے آنا ہے. دعویٰ یہ ہے کہ محمد صلی اللہ علیہ وسلم دی حدیث ہے اور مجدد آئے انہوں دا دعویٰ نہیں ہوتا نہ انہوں دا ایمان لینا ضروری ہوتا دین دی اصلاح کر دے. پھر اللہ مرزا تعالیٰ صاحب دے کیوں نظام لکھے نال اللہ تعالیٰ نے انہوں عقل اور شعور دیتا ہوتا ہے نہ کہ اعلام اور وحی کر دے. اگر اعلام وحی بھی ہوتا ہے وہ تجدید دین واسطے نہیں ہوتا کہ ٹھیک لوگوں ہے جا کے دس میں پھر اللہ نے گل اعلام اور وحی کیتا ہے اور یہ اے حکم دیتا ہے پھر یہ وہ گل اگر دسو ایک نا کہے گا تو نبی اللہ ہو جائے گا. طلعت صاحب ہن گل دا جواب پھر دیو بھئی مرزا صاحب پھر کیوں آکھیا کہ مجدداں تے ایمان لیاونا فرض ہے؟ یار دیکھو عامر صاحب تسی سمجھنا نہیں چاہتے بس جڑا نہ سمجھنا چاہے دنیا دی کوئی طاقت انہوں نہیں سمجھا سکتی. میں کہنا میرا بھی ایمان ہے مجدد آئین مرزا صاحب نے یہ کیا ہے مجدد ایمان لے کے آؤ کی ایمان لے کے آؤ مجدد آئین بھائی اگو بھی خدا آن کے گے حکم سے اگو بھی آن گے انحراف ہے. اگو بھی آن گے. مرزا صاحب ہاں کہہ تو رہے خدا کے حکم سے انحراف ہے. نہیں حرام اگر ہے نا پریکٹیکل بھی اگر چکاؤ ایک منٹ نا طلعت صاحب ایک منٹ کلوز پریکٹیکل والے کتھے والے جانے ہو خاموش ہو جاؤ خاموش ہو جاؤ. اگر طلعت صاحب اج 2024 وچ بندہ ایک مجدد ہون دا اعلان کردا پیا مرزا صاحب دے پیروکاراں اتے فرض ہے یا نہیں فرض کہ او اس بندے تے ایمان لیاون بس کوئی فرض نہیں ہے کوئی فرض نہیں ہے تے وہ پھر جڑی مرزا گل صاحب نو کرے تسی گا جھوٹیاں پہ آخدے ہو سنو پھر سنو طارق صاحب سنو ٹھیک سنو کہندے نے او سن لو نا یار میں تے حیران ہاں سواڈے تو تساں نے صحیح شیطانی کیتی ہے. چلو آپ روڑی جاندی ہے دوئی نو متی دیتی جاندی ہے. آپ کہہ رہے کہ مجدد دا دعوی ہی نہیں ہے تے لوکاں کہہ رہے مجدد دا دعوی کرے گا تے تسی نہیں منو گے. وہ خدا دا خوف کرو کوئی خدا دا خوف ہے نے ایمان ہے نے پتہ نہیں اسی کیڑی کمپنی دا ایمان ہے سواڈی کول تاج کمپنی دا ایمان ہے سواڈے کول میرے خیال ہے. اسی آنے ہاں کہ جے مرزا اور صاحب یار نو کی مننا آنے ہو ہے تے یہاں تسی کسی پورا جاہل منو نال گل پہ کر دے ہو تسی میرے نال گل کر رہے ہو میں کہہ رہے پاگل ہو نہ ہو کہ میرا جاہل نہیں ایمان ہے کہ پاگل نہ مجدد دا دعویٰ ہے ہی نہیں نہ کسی مجدد نے دعویٰ کیتا ہے نہ ایمان لے آنے ضروری ہے نال ہی چھپولی دی چوڑی مارے ہو مرزا کہ صاحب مجدد نو آئے یہ گا جھوٹا قرار دے چکے مجدد نے. اعلان کرے گا تے مرزا صاحب تسی جھوٹا انہوں منو قرار گے دے یا نہیں چکے منو نے. گے. پھر مرزا صاحب نے کیوں اور آکھیا کہ رہن دے مجدداں یار دے آمن ایمان لیاونا نزیر فرض صاحب آمن نزیر صاحب میں بخش دیو خدا کے اے حکم تسی سے انہاں نال بحث انحراف ہے. کرو یار امن تسی آپ نذیر صاحب میرے یار ملک نہ کیوں تنگ پہ کر دیو ہیں میں اور لگے ہیں دماغ اپنا خراب ہو گئے گئے ہیں نا تسی ملک صاحب دے مگر ہو گئے شیطانیاں ہو کر یار رہے ہیں. سارے بندے ہی اچھا جی عامر صاحب کو پہلے بڑا اوکھا زبردستی کٹوایا ہے کہ کسی مجدد نے نہ دعویٰ کیتا ہے نہ عامر ساڑے نذیر ایمان ہے صاحب تے نہ مرزا نبی ہے. صاحب نو نہیں مانتے تسی تے میں کہندے اسی ماننے ہاں تے تے نہیں تسی مرزا صاحب دی اس گل نو مندا ہے ہاں جیڑی او پیش پہ کردے نے تسی تے او مندے ہو نا مرزا جناب صاحب میں نو. عرض کر رہے ہاں عامر صاحب تسی صرف سلجھانا نہیں چاہتے تسی یہ شیطانی وچ قائم رکھنا چاہتے ہو. چلو میں عرض کر رہے لو ہاں کہ مرزا صاحب مرزا دی صاحب شیطانی ہے دا مرزا مرزا صاحب صاحب دی دی شیطانی ہے. تحریر دا جڑا اے مطلب لے رہے ہیں جلے اسی پریکٹیکل کرنے ہیں زیرو ریزلٹ نکل آندا ہے تسی آپ کہہ رہے ہو ریزلٹ زیرو ہے پھر ہاں مطلب یہ کہ جڑی اسی سمجھے ہیں تھیوری ہے غلط سمجھے ہیں جڑی میں کہہ رہا ہوں بالکل ٹھیک ہے لیکن تسی مرزا صاحب دا انکار بھی کرنا ہے اور شیطانی بھی قائم رکھنی ہے اچھا عامر انہاں دے نذیر بارے صاحب ایمان دی ایک گل اور نہیں ہے کرنی. ایک اور حوالہ سن لو. ہاں مرزا سنو جی صاحب کہہ حوالے رہے سنو ہیں مرزا صاحب. کہ ہاں. رسولوں سے مراد وہ لوگ ہیں جو خدا تعالیٰ کی طرف سے بھیجے جاتے ہوں خواہ وہ نبی ہوں یا رسول یا محدث اور مجدد ہوں. مرزا صاحب مجدد نو بھی رسول ہی کہہ رہے ہیں. لو کر میں لو گل. مزے دی گل کاش سواڈے کول علم ہوندا اور جاہل نہ ہوندے. اے رسول دا مرزا صاحب نو مطلب جاہل ہوندا کہہ ہے رہے ہیں. رسول دا مطلب کی ہوندا ہے یہ تے دس دیو. اے مرزا صاحب کہہ رہے ہیں رسولوں سے میں کہہ مراد رہا رسول دا مطلب کی ہوندا رسولوں ہے سے میں مراد دسو تے. مجدد ہوندا ہے. رسول دا مطلب کی ہوندا ہے کیا گل کرنا طلعت صاحب نہیں اس کو تو پوچھو رسولوں سے سنے مراد وہ سنے لوگ آپ ہیں سنے ہن جو قرآن کیا خدا کہہ رہا تعالیٰ ہے کی طرف سے قرآن بھیجے کلام جاتے ہیں. یاریاں باریاں تیریاں چپ کا تین پتہ ہی کوئی نہیں ہے. قرآن کہہ رہا ہے اللہ کہہ رہا ہے یعنی کہ حضرت جو نبی تھے یوسف ان کی طرف جو بادشاہ کا پیغام لے کے گیا وہ رسول تھا. جاہل تمہیں کیا پتا رسول کی مرزا کیا صاحب نو جاہل تشریح ہے کہہ رہے ہیں. جب تک
رسول کے ساتھ اللہ کا رسول نہ ہو. رسول کہتے ہیں پیغام دینے والے کو. ہاں، رسولوں سے مراد وہ لوگ ہیں رسول جو سے خدا مراد وہ تعالیٰ ہوتا کی ہے طرف سے رسول بھیجے ہوتا ہے جاتے ہوں، جاہل. خواہ وہ نبی ہوں، رسول ہوں یا مجدد ہوں. او بھائی نے تے کچھ مرزا ہے صاحب نو جاہل کہہ رہے جی ہے ਇਹਨੂੰ ਪਤਾ ਇਤਨਾ ਤੇਰੇ ਤਲਤ ਪਿਓ ਸਾਹਿਬ ਨੂੰ ਕਹਿ ਰਿਹਾ ਕੁੱਤੇ ਦੇ ਤਲਤ ਬੱਚਾ ਸਾਹਿਬ ਤੇਰੇ ਪਿਓ ਨੂੰ ਕਹਿ ਰਿਹਾ. ਇੰਜ ਨਾ ਗਾਲਾਂ ਨਾ ਕੱਢੋ ਤਲਤ ਸਾਹਿਬ وہ کیا ਰੁਕੋ. کہہ رہے ہیں مجھے یار میں اپنے رسول نبی کو یہ کہہ سکتا ہوں ਤੁਸੀਂ جو وہ ਮਿਰਜ਼ਾ بکواس کر ਸਾਹਿਬ رہا ہے ਨੂੰ ਕਿਉਂ بھونک رہا ہے ਝੁਠਲਾ ਰਹੇ کتے کی طرح کتے کی ਹੋ طرح اس کو عادت پڑی ہے. ਇੰਜ ਨਾ کرو میں ہی پیانا یار میں کروں گا. مجھے مائک کہہ میوٹ رہے کہ کر. تو اپنے نبی کو عامر صاحب میں نے مرزا غلام احمد علیہ الصلوۃ مرزا والسلام کے صاحب بارے میں جاہل یہ بھی ہو گئے الفاظ تھے، سے ہیں نان جو پریکٹیکل وہ بھی ہو گئے. بھونک رہے ہیں. یہ جو بھونک رہے ہیں میں نے یہ لفظ استعمال کیے آپ کے سامنے. آپ خود ہی کہہ رہے ہیں وہ پریکٹیکل نہیں ہے یہ میں کہہ رہا ان کی ہوں بات. تو کتے کا بچہ تو بھونکتا ہے. ਇੰਜ ਨਾ ਕਰੋ ਇਹ ਗੱਲ ਦਾ ਤਰੀਕਾ ਤੇ ਨਹੀਂ ਤੁਸੀਂ ਆਪ ਪਿਆਉਂਦੇ ਹੋ ਕਿ ਜਿਹੜੀ ਮਿਰਜ਼ਾ یار ਸਾਹਿਬ ਗੱਲ ਲਿਖੀ میرے ਹੈ نبی کو میرے منہ سے عامر صاحب ایک منٹ مجھے دے دیں پھر نہیں. مجھے عامر صاحب یہ بتائیں کیا میں یا کوئی اور یا میں آپ کے سامنے اتنی دیر سے بات کروں. توبہ نعوذ باللہ میں نے یہ کہا ہے توبہ نعوذ باللہ مرزا صاحب بے وقوف ہیں وہ ان پڑھ فلانے ہیں تو جاہل ہیں. میں نے یہ لفظ استعمال کیے ہیں. زبان حال سے اب یہی کہہ رہے ہیں زبان کال سے نہیں کہہ رہے. ہاں جی، زبان حال یعنی سے اس آپ کا یہی کہہ مطلب رہے ہے ہیں جو کیونکہ میں آپ ان کا قرآن کے اقتباس الٹے پڑھتا ہوں، مطلب آپ لکھتے کہتے ہیں یہ ہیں اور جاہلیت ہے. حدیثوں کے الٹے مطلب لکھتے ہیں تو توبہ نعوذ باللہ آپ بھی اپنے رسول نبی اگر کو کوئی بندہ یہی میری بات الفاظ کہہ سنیں رہے ہوتے ہیں اگر یہی کوئی کہہ رہے بندہ ہوتے ہیں میری بات سنیں نہیں میری یہی بات کہہ رہے میں ہوتے ہیں بتاتا ہوں میں دیتا ہوں جواب جاہل ہو. میں جواب دیتا ہوں خاموش ہو جائے مائک میوٹ کریں ذرا. اور کی جواب دینا ہے یار میں عامر صاحب دینا آپ جواب اپنی ہونا حوصلہ کرو. آپ نے اپنی سیدھی آنکھ نکال لتاں دی تے ہے پہاڑ بالکل پاؤ ہی لتاں کانے تے ہو پہاڑ گئے پاؤ کانے. تے خاموش ہو ذرا مائک میوٹ کرو. طلت صاحب اگر کوئی بندہ خود نو مسلمان کہندا ہے میں نبی علیہ الصلوۃ والسلام نو نبی مننا او دے بعد نبی پاک صلی اللہ علیہ وسلم دی حدیث نو آپ دی گل نو کہندا ہے کہ امپریکٹیکیبل ہے یعنی یہ تے عمل نہیں ہو سکتا اور نبی پاک نو چٹلا رہا اور کی کر رہا ہے. اسی طرح تسی مرزا صاحب نو اپنا نبی منی پھردے ہو تے مرزا صاحب دی گل نو کہندے ہو کہ پریکٹیکل نہیں ہے. میں پریکٹیکل نہ کرنا تو زیرو ہو جاندی گل. تسی کی کہہ رہے ہو مرزا صاحب نو چٹلا نہیں رہے. ہن دیو جواب مائک اوپن کرو. مجھے ایک بار میں تو اتنی دیر تک رولا پایا تھا شکریہ تو مائک بند کیتا دسی. اچھا بات یہ ہے سن لیں بٹ کہ صاحب دیکھیں اوپر آ کے جواب دیو گل دا نہیں بٹ صاحب فیصلہ کرا عامر صاحب سمیں مرزا صاحب کے جو یہ مطلب نکال رہے ہیں ان کے میننگ نکال رہے ہیں میں ان کو پریکٹیکل کے دکھا کے کہہ رہا ہوں کہ یہ غلط ہے. جو مطلب ہم مرزا صاحب کی فرمانوں کے لے رہے ہیں وہ ٹھیک ہے اس میں رزلٹ نکلتا ہے. ان کے جو مطلب ہے ان میں رزلٹ آپ اسی میں پھنسانا چاہتے ہیں رزلٹ. اچھا مزے کی بات ماشاءاللہ سجی اکھ تو کانے ہو ماشاءاللہ میرے خیال ہے جڑا سواڈی عقل ہے نا رائٹ سائڈ دی اس تو بھی بے عقل ہو تسی. خود کہہ رہے ہو کہ ثابت ہی نہیں ہے دین میں کہ کسی مجدد پر ایمان لانا ضروری ہے اور وہ دعوی مجددی کرے. آج تک ہوا ہی نہیں ہے. اور خود کہہ رہے ہو مجھے کہ مرزا صاحب کو آپ نہیں مان رہے ہو کہ مرزا صاحب نے جو مطلب لیے ہیں آپ نہیں مان رہے. میں آپ کو بار بار کہہ رہا ہوں کہ مرزا صاحب کی باتوں کے جو انہوں نے مطلب نکالے ہیں وہ مطلب غلط ہے. آپ بذات صحیح شیطانی مطلب کرنا کی ہے چاہتے ہیں صحیح آپ مطلب اس کو بیان کرو نا. سمجھانا نہیں چاہ رہے. السلام علیکم. وعلیکم السلام. صحیح مطلب بیان کرو ایڈی لمبی تقریر کرن نالوں جی تساں نے مان لئی ہے میری جڑے میں اور صحیح بیان دکھایا کرا. جے نا گل دا جواب تے دتا نہیں بٹ صاحب نو جواب پہلے دینا. یہ دسو جڑا پریکٹیکل میں دسیا پریکٹیکل ٹھیک ہے یا غلط ہے. میں اس گل نو پہلے ہی مننا لیکن کھانی رائٹ آکھنا ملک سچی صاحب ایک آنکھ ہی دا طریقہ ہو گیا گل تے صحیح طرح کرو کی ہو گیا تانوں تسی آرام چپ نال رہو گل جی کرو. رسول صاحب تسی اپنی رسولیت اپنے کول رکھو. میں پیا کہنا کہ اگر یہ گل پریکٹیکیبل نہیں ہے تو مرزا صاحب نے پھر غلط گل کیتی ہے. یار پھر وہی گل جلے میں مطلب لینے تکلیف ہوندی ہے لیکن آرام نال لے لو تسی کی مطلب تسلی لیندے نال ہو؟ میری گل لے لو ہاں دسو حوصلے نال لے لو تکلیف نہیں ہوئے گی. دسو کی جلے حوصلے نال لو گے نا کوئی چیز جڑی اوکھی ہوندی ہے انہوں حوصلے نال اندر کی ہوندا ہے. تسی حوصلے نال لو میری جڑی گل ہے. بندے میں کہہ رہا روزے میں گل کر رہا میری گل سنو میں جڑی گل کر رہا حوصلے نال سنو. میں اپنی عقل وچ پاؤ اپنے اندر پاؤ کہ مرزا صاحب دا جڑا فرمان ہے کہ مجدد آئے نا اسی بھی کہہ رہے ہیں ساڈا ایمان ہے مرزا صاحب نال اسی ایگری کر رہے ہیں مجدد آئے اس وچ انکار کتے
ਜਿਲੇ ਮਿਰਜ਼ਾ ਸਾਹਿਬ ਕੋਲੋਂ ਪੁੱਛਿਆ ਗਿਆ, ਸਵਾਲ ਕੀਤਾ ਗਿਆ, ਜਿਨ੍ਹਾਂ ਦੀ ਅਕਲ ਨਹੀਂ ਹੈ, ਰਾਈਟ ਸਾਈਡ ਦੀ ਅਕਲ ਉਹਨਾਂ ਨੇ ਆਪਣੀ ਮੁਖਾਲਫਤ ਵਿੱਚ ਉਡਾ ਦਿੱਤੀ ਹੈ। मिर्जा साहब को सवाल किया था मुजद्दिद ना ना दोस्तों कि मैंने नहीं पता मुजद्दिद ना। यही बात हम कह रहे हैं कि मुजद्दिद आए हैं, उनके नाम किसी को नहीं पता। उनका नाम इसलिए नहीं पता कि उनका दावा ही नहीं है। अगर दावा हो जाए तो वो रसूल और नबी हो जाए। ठीक है, मैं समझ आ गया। मान लाना फर्ज है कि नहीं? खलो जो मैं ला समझ इलाहा इल्लल्लाह मुहम्मद ਜਿਹੜੇ रसूल। ਪਿਛਲੇ ਮੁਜੱਦਦ ਗੁਜ਼ਰੇ ਨੇ, ਜਿਹੜੇ 13-12 ਸਦੀਆਂ ਦੇ ਗੁਜ਼ਰੇ ਨੇ, ਉਹਨਾਂ ਉੱਤੇ ਇਸ ਗੱਲੇ, ਕਿਉਂਕਿ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਪਤਾ ਨਹੀਂ ਉਹਨਾਂ ਦਾ, ਸਾਡੇ ਕੋਲ ਇਲਮ ਨਹੀਂ, ਮੈਂ ਵੀ ਆਨਾ, ਠੀਕ ਹੈ ਗੱਲ। ਲੇਕਿਨ ਜੇ ਅੱਜ ਕੋਈ ਬੰਦਾ 2024 ਵਿੱਚ ਉੱਠ ਕੇ ਆਖੇ ਮੈਂ ਮੁਜੱਦਦ ਹਾਂ, ਜੇ ਮਿਰਜ਼ਾ ਸਾਹਿਬ ਦਾ ਪੈਰੋਕਾਰ ਹੈ ਤਾਂ ਉਹਦਾ ਫਰਜ਼ ਹੈ ਕਿ ਮੁਜੱਦਦ ਉੱਤੇ ਈਮਾਨ ਲਿਆਵੇ। ਜੇ ਨਬੀ ਪਾਕ ਦਾ ਪੈਰੋਕਾਰ ਹੈ ਤਾਂ ਫਿਰ ਨਾ ਲਿਆਵੇ, ਕਿਉਂਕਿ ਜ਼ਾਹਿਰ ਹੈ ਕਿ ਨਬੀ ਪਾਕ ਨੇ ਤਾਂ ਨਹੀਂ ਫਰਮਾਇਆ ਕਿ ਤੁਸੀਂ ਮੁਜੱਦਦ ਉੱਤੇ ਈਮਾਨ ਲਿਆਵੇ। ਉਹ ਤਾਂ ਮਿਰਜ਼ਾ ਸਾਹਿਬ ਨੇ। आमिर साहब आप अंडरस्टैंड होने के बावजूद अंडरस्टैंड नहीं कर रहे हो, सिर्फ मुखालफत की वजह से। मैं कह रहा हूँ कि मुजद्दद मिर्जा साहब ने फरमाया आए हैं, उनका ये ईमान है, मैं भी कह रहा हूँ आए हैं। नाम मिर्जा साहब से पूछा, उन्होंने कहा मुझे नहीं पता, मुझे भी नहीं पता कौन मुजद्दद थे। हाँ, और जब पहले गुजर गए हैं उनके नाम नहीं पता क्योंकि उनका दावा नहीं है, तो आने वालों का नाम कैसे पता हो सकता है, उनका दावा कैसे हो सकता है? जाहिलो, ਅਗਰ ਅੱਜ ਕੋਈ ਬੰਦਾ ਉੱਠ ਕੇ ਅੱਜ ਵੜ ਗਿਆ ਖੱਡੇ ਵਿੱਚ, ਜਿੱਥੋਂ ਨਿਕਲਿਆ ਉੱਥੇ ਵੜ ਜਾਇਓ। ਤੁਸੀਂ ਸ਼ਰਾਬ ਪੀਤੀ ਹੈ, ਸ਼ਰਾਬ ਪੀਤੀ ਯਾਰ ਆਹ ਇਹ ਬੰਦੇ ਦੇਖੋ, ਨੂੰ ਨਾ ਇਹਦਾ ਕੋਈ ਇਹ ਦਿਮਾਗ ਹਿੱਲ ਗਿਆ ਵਾ। ਇਹ ਬੰਦਾ ਜਿਹੜਾ ਨਾ ਅਜੀਬ ਤਰ੍ਹਾਂ ਗੱਲ ਕਰ ਰਿਹਾ, ਇਹਦਾ ਵਾਕਈ ਕਿ ਦਿਮਾਗ ਖਿਸਕ ਗਿਆ। ਤੁਸੀਂ ਅੱਜ ਅਜੀਬ ਹੀ। ਪੂਰੇ ਹਿਲ ਗਏ ਹੋ। ਉਹ ਨਹੀਂ ਮਲਕ ਸਾਹਿਬ ਨੂੰ ਗੱਲ ਕਰਨ ਦੀ ਤਮੀਜ਼ ਇੰਨੀ ਦੇਰ ਦੇ ਬਰਦਾਸ਼ਤ ਕਰ ਰਹੇ ਨਾ, ਤਮੀਜ਼ ਨਾਲ ਗੱਲ ਕਰ ਲਓ। ਕੀ ਹੋ ਗਿਆ ਤੁਹਾਨੂੰ? ਸੈਂਟਰ ਬਣਾਏ ਆਪਣੇ ਕੋਲ ਰੱਖ। ਤੂੰ ਗਾਲਾਂ ਕੱਢਣ ਡਿਆ, ਤੁਹਾਨੂੰ ਇੱਥੇ ਜੇ ਮਾਰਨ ਕੋ ਕੱਢਿਆ ਲਾ ਦੋ, ਮੈਂ ਲਾ ਦੋ। ਜੋ ਚਾਹੁੰਦੇ ਹੀ ਤੁਸੀਂ ਇਹ ਤਾਂ ਹੀ ਤਾਂ ਬਾਰ-ਬਾਰ ਬਦਤਮੀਜ਼ ਕਰ ਰਹੇ ਹੋ। ਉਹਨਾਂ ਦੀ ਜਾਨ ਛੁੱਟ ਜਾਏ। ਜਾਹਿਲ। ਨਹੀਂ ਤਲਤ ਸਾਹਿਬ, ਗੱਲ ਇਹ ਯਾਰ ਹੈ ਆमिर साहब मैं हार गया, मैंने माफ कर दियो, किसी और पासे टुर जाओ। मैं ਤੁਹਾਡੇ ਤੋਂ ਹੈਰਾਨ ਹਾਂ। ਪਿਛਲੇ ਮੁਜੱਦਦਾਂ ਦਾ ਮਿਰਜ਼ਾ ਸਾਹਿਬ ਨੇ ਪਹਿਲੇ ਜੋ ਮੁਜੱਦਦਾਂ ਦਾ ਮੇਰੀ ਗੱਲ ਪਹਿਲੇ ਸੁਣੋ। ਮੁਜੱਦਦਾਂ ਦਾ ਮੈਨੂੰ ਨਹੀਂ ਪਤਾ, ਇਹਦਾ ਮਤਲਬ ਠੀਕ ਇਹ ਹੈ। ਕਿ ਉਹਨਾਂ ਦਾ ਦਾਵਾ ਨਹੀਂ ਸੀ। ਇੰਨੀ ਗੱਲ ਫਿਰ ਠੀਕ ਆਉਣ ਹੈ। ਵਾਲੇ ਜਿਹੜੇ ਮੁਜੱਦਦ ਹੋਣਗੇ ਉਹਨਾਂ ਦਾ ਕਿਸ ਤਰ੍ਹਾਂ ਦਾਵਾ ਹੋ ਸਕਦਾ ਹੈ? ਐ ਇਹ ਅਕਲ ਦਾ ਗੱਲ ਹੈ, ਸ਼ੌਹਰ ਦੀ ਗੱਲ ਹੈ। ਐ ਸ਼ਾਬਾਸ਼, ਐ ਹੀ ਤੇ ਸਵਾਲ ਹੈ ਕਿ ਅਗਰ ਆਉਣ ਵਾਲੇ ਮੁਜੱਦਦ ਦਾ ਦਾਵਾ ਨਹੀਂ ਹੋ ਸਕਦਾ, ਉਹਦੇ ਤੇ ਮਾਨ ਲਿਆਉਣਾ ਫਰਜ਼ ਨਹੀਂ, ਤੇ ਮਿਰਜ਼ਾ ਸਾਹਿਬ ਕਿਉਂ ਇਹ ਫਿਰ ਆਖਿਆ ਹੈ? यार आमिर साहब ਤੁਸੀਂ ਸਿਰਫ ਅੱਜੇ ਪਾਸੇ ਲਿਆ ਥੋੜੀ ਇਸਤੇਮਾਲ ਕਰ ਲੋ। ਇਹ ਸਾਡਾ ਈਮਾਨ ਹੈ ਕਿ ਮੁਜੱਦਦ ਆਇਨ, ਮਿਰਜ਼ਾ ਸਾਹਿਬ ਨਾਲ ਵੀ ਈਮਾਨ ਸੀ ਕਿ ਮੁਜੱਦਦ ਆਇਨ। ਕਿਉਂ ਕਹਿ ਰਹੇ ਆ ਖੁਦਾ ਕੇ ਹੁਕਮ ਸੇ ਨਾਰਾਜ਼? ਉਹ ਯਾਰ ਇਹਨਾਂ ਨੂੰ ਪਰਹੇਜ਼ ਕਰਨ ਦੇ ਮੂੰਹ 'ਚ ਕੋਈ ਸ਼ਾਇਦ ਤੁਨੋ। ਉਦੋਂ ਦੇ ਤੁਸੀਂ ਬੋਲੀ ਜਾ ਰਹੇ ਹੋ ਕਿ ਤੁਸੀਂ ਦੂਸਰਾ ਨਹੀਂ ਬੋਲ ਸਕਦਾ। ਤੁਸੀਂ ਮਿਰਜ਼ਾ ਸਾਹਿਬ ਦਾ ਹਵਾਲਾ ਨਾ ਦਿਓ, ਇਹ ਪ੍ਰੈਕਟੀਕਲ ਦਿਓ। ਮੈਂ ਖਾਮੋਸ਼ ਹੋਦਾ ਅੱਧਾ ਘੰਟਾ। ਤੇ ਮਿਰਜ਼ਾ ਸਾਹਿਬ ਦਾ ਕਿਉਂ ਹਵਾਲਾ ਨਾ ਦਿਆ? ਹੁਕਮ ਆਜ਼ਮ ਨੇ ਦਿਓ ਤੁਹਾਡੇ, ਪ੍ਰੈਕਟੀਕਲ ਦਿਓ। ਇਮਾਮ ਆਖਰੁ ਜ਼ਮਾਨ ਨੇ ਤੁਹਾਡੇ, ਕਿਉਂ ਨਾ ਹਵਾਲਾ ਦਿਆ ਉਹਨਾਂ ਦਾ? ਯਾਰ ਇਹਨਾਂ ਦਾ ਦਿਮਾਗ ਤਾਂ ਨਹੀਂ ਹਿੱਲ ਗਿਆ? ਜਿਲੇ ਕੋਈ ਤੁਸੀਂ ਕਹੋ ਕਿ ਥਿਊਰੀ ਤੁਸੀਂ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦੇ। ਆਮਿਰ ਸਾਹਿਬ ਫਿਰ ਮੈਂ ਆਮਿਰ ਸਾਹਿਬ ਤੁਹਾਨੂੰ ਹਵਾਲਾ ਜਿਹੜੇ ਦਿਆਂ। ਕਿਸੇ ਥਿਊਰੀ ਨਾਲ ਪ੍ਰੈਕਟੀਕਲ ਕੀਤਾ ਜਾਏ। ਆਮਿਰ ਨਜ਼ੀਰ ਸਾਹਿਬ ਔਰ ਮਿਰਜ਼ਾ ਸਾਹਿਬ ਨੂੰ ਨਹੀਂ practical ਮੰਨਦੇ, ਆਮਿਰ ਤੁਸੀਂ ਸਾਹਿਬ ਕਹਿ ਦਿਓ ਸੁਣ ਮੈਂ ਲਓ। ਨਹੀਂ ਮੰਨਦਾ। ਆਮਿਰ ਸਾਹਿਬ ਸੁਣ ਕਿ ਲਓ, ਮਿਰਜ਼ਾ ਸਾਹਿਬ ਨੇ ਗਲਤ ਗੱਲ ਕੀਤੀ ਹੈ। आमिर साहब ਹਾਂਜੀ। एक गल सुनो, तुसने एक थ्योरी लिखी दी है, ठीक है? तुसी उस थ्योरी नाल एक दफा, दो दफा, 5 दफा प्रैक्टिकल कर दियो, रिजल्ट ਤੁਹਾਡੇ मतलब ਦਾ ਨਹੀਂ ਆ ਰਿਹਾ। ਇਸ ਦਾ ਮਤਲਬ ਇਹ ਹੈ ਕਿ ਥਿਊਰੀ ਜਿਹੜੀ ਤੁਸੀਂ ਸਮਝ ਰਹੇ ਹੋ ਗਲਤ ਹੈ। ਇਸ ਵਿੱਚ ਕੋਈ ਸ਼ੱਕ ਹੈ? ਬਿਲਕੁਲ ਠੀਕ ਆਖੀ ਜੀ ਗੱਲ। ਜਜ਼ਾਕ ਅੱਲਾ, ਜਜ਼ਾਕ ਅੱਲਾ। ਮੈਂ ਇਹੀ ਕਹਿ ਰਿਹਾ, ਜਿਹੜੀ ਮਿਰਜ਼ਾ ਸਾਹਿਬ ਦੀ ਤਹਿਰੀਰਾਤ ਭਾਈ ਹੋਰੀ ਪੜ੍ਹ ਰਹੇ ਬਾਰ-ਬਾਰ ਸੁਣੋ, ਬਾਰ-ਬਾਰ ਪੜ੍ਹ ਰਹੇ, ਜਿਹੜੇ ਅਸੀਂ ਉਹਦਾ ਪ੍ਰੈਕਟੀਕਲ ਕਰਦੇ ਆ ਤੇ ਥਿਊਰੀ ਦਾ ਮਤਲਬ ਜਿਹੜੇ ਭਾਈ ਹੋਰੀ ਲੈ ਰਹੇ ਉਹਨਾਂ ਦਾ ਰਿਜ਼ਲਟ ਜ਼ੀਰੋ ਆ ਰਿਹਾ। ਜ਼ੀਰੋ ਮਿਰਜ਼ਾ ਸਾਹਿਬ ਨੌਨ ਪ੍ਰੈਕਟੀਕਲ ਬੰਦੇ ਸੀ। ਮਿਰਜ਼ਾ ਸਾਹਿਬ ਐਸੀ ਥਿਊਰੀ ਪੇਸ਼ ਕੀਤੀ ਹੈ ਜਿਹਦਾ ਪ੍ਰੈਕਟੀਕਲ ਜ਼ੀਰੋ ਆ ਰਿਹਾ। ਉਹਨਾਂ ਨੇ ਐਵੇਂ ਹੀ ਲਿਖ ਦਿੱਤੇ ਆਪਣੇ ਇਕਤਬਾਸ, ਉਹ ਪ੍ਰੈਕਟੀਕਲ ਉਹਨਾਂ ਦਾ ਕੁਝ ਹੈ ਹੀ ਨਹੀਂ। ਇਹੀ ਗੱਲ ਨਿਕਲਦੀ ਜ਼ੀਰੋ ਹੈ। ਪੁੱਛ ਲਓ, ਨਤੀਜਾ ਤੇ ਇਹੀ ਨਿਕਲਦਾ ਹੈ। ਹਾਂਜੀ ਬਿਲਕੁਲ। ਨਤੀਜਾ ਮੁਹੰਮਦ ਸੱਲਮ ਕੱਢੋਗੇ ਜਿਨ੍ਹਾਂ ਦੀ ਹਦੀਸ ਹੈ ਕਿ ਮੁਜੱਦਦ ਸੱਲੱਲਾਹੁ ਅਲੈਹਿ ਵਸੱਲਮ ਦੀ ਕੋਈ ਗੱਲ ਨਹੀਂ ਪ੍ਰੈਕਟੀਕਲ। ਆਮਿਰ ਸਾਹਿਬ ਖਲੋ ਜਾਓ, ਹੁਣ ਖਲੋ ਜਾਓ। ਤੁਸੀਂ ਪਹਿਲੇ ਮੁਹੰਮਦ ਸੱਲਮ ਦੀ ਹਦੀਸਾਂ ਦਾ ਮਤਲਬ ਮੁਜੱਦਦ ਨੂੰ ਨਹੀਂ ਪਹਿਚਾਣਦੇ, ਦਾਵਾ ਨਹੀਂ ਪਹਿਚਾਣਦੇ, ਫਿਰ ਤੁਸੀਂ ਮੁਹੰਮਦ ਸੱਲਮ ਨਾਲ ਬਿਲਕੁਲ ਅਸੀਂ ਜੈਸੇ ਮਿਰਜ਼ਾ ਸਾਹਿਬ ਨਾਲ ਕਰ ਰਹੇ ਹਾਂ,
ਤੁਸੀਂ ਹੂ ਬਹੂ ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾਲ ਕਰ ਰਹੇ ਹੋ। ਵਸੱਲਮ ਦੀ ਇੱਕ ਇੱਕ ਗੱਲ ਨੂੰ ਵੇਖਿਆ, ਅਪਲਾਈ ਕਰਕੇ ਵੇਖਿਆ। ਇਹ ਗੱਲ ਮੈਂ ਵੀ ਤੇ ਕਹਿ ਰਿਹਾ, ਇਹ ਤੇ ਸ਼ੋਸ਼ਾ ਮੈਂ ਮਿਰਜ਼ਾ ਸਾਹਿਬ ਤੇ ਇਮਾਨ ਰੱਖਦਾ। ਉਹ ਤੁਸੀਂ ਤੇ ਐਵੇਂ ਅੱਖਾਂ ਬੰਦ ਕਰਕੇ ਤੁਸੀਂ ਤੇ ਐਵੇਂ ਤੇ ਮੈਂ ਤੇ ਪੱਕਾ ਮੈਂ ਤੇ ਕੰਕਰੀਟ ਕਰਾ ਰਿਹਾ, ਲੋਹਾ ਵੀ ਪਾਇਆ, ਤੇਰਾ ਸਾਦਾ ਹੈ ਸਿਰਫ ਅੰਨਾ ਇਮਾਨ ਹੈ ਨਾ, ਅੰਨੀ ਤਕਲੀਦ ਹੈ ਨਾ, ਜਾਹਿਲੋ ਅੰਨਾ ਇਤਕਾਦ ਹੈ ਨਾ। ਕੋਈ ਗੱਲ ਇੱਕ ਹੀ ਗੱਲ ਅਗਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਮੂੰਹ ਚੋਂ ਨਿਕਲੇ, ਇੱਕ ਹੀ ਗੱਲ ਅਗਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਮੂੰਹ ਚੋਂ ਨਿਕਲੇ ਔਰ ਉਹਨਾਂ ਦੇ ਪੈਰੋਕਾਰ ਉਸ ਦਾ ਇਨਕਾਰ ਕਰਨ, ਕਹਿੰਦੇ ਨੇ ਅਸੀਂ ਤੇ ਹੱਕ ਤੇ ਹਾਂ, ਉਹੀ ਸੇਮ ਗੱਲ ਮਿਰਜ਼ਾ ਸਾਹਿਬ ਦੇ ਮੂੰਹ ਤੇ ਨਿਕਲੇ ਔਰ ਅਸੀਂ ਇਨਕਾਰ ਕਰੀਏ, ਕਹਿੰਦੇ ਤੁਸੀਂ ਤੇ ਮਿਰਜ਼ਾ ਸਾਹਿਬ ਦਾ ਇਨਕਾਰ ਕਰ ਰਹੇ ਹੋ। ਇਹਨੂੰ ਕਹਿੰਦੇ ਜਹਾਲਤ, ਇਹ ਜਹਾਲਤ ਹੁੰਦੀ ਹੈ ਅਸਲੀ। अच्छा मलक साहब, मिर्जा साहब कहते हैं कि बाज अकाबर मुहद्दिसीन ने खुद अपने अपने वक्त में मुजद्दिद होने का दावा किया है, वो कौन से हैं बाज मुहद्दिसीन? अगर आपके पास अक्ल होती ना तो मिर्जा साहब का वो कॉल देख लेते जिसमें मिर्जा साहब ने फरमाया कि मुझे नहीं पता कौन कौन मुजद्दिद। तो लेकिन वो ये भी तो दावा करते हैं ना कि बाज मुहद्दिसीन ने खुद मुजद्दिद होने का दावा किया है। मैंने अर्ज कर दिया ना, उसमें सब चीज का मजे की बात, आप तो हमसे बाहर हो ही नहीं सकते। आप अगर दावा करने वालों में मौजूद हैं तो फिर मोहम्मद सल्लल्लाहु अलैहि वसल्लम की ये हदीस है ना, वहां से लगाएं, मुझे बताएं अपना ईमान, जो आपका ईमान है मेरा भी वही ईमान है, बताएं आप। मोहम्मद सल्लल्लाहु अलैहि नहीं तो वसल्लम फिर इसका क्या करेंगे जब वो कहते हैं कि बाज मुहद्दिसीन ने खुद दावा किया है? ये मिर्जा साहब की हदीस नहीं है, ये मोहम्मद सल्लल्लाहु अलैहि वसल्लम की हदीस है जी। नहीं, ये मिर्जा साहब की हदीस ही है जो कहते हैं कि बाज मुहद्दिसीन ने खुद मुजद्दिद होने का दावा। मिर्जा साहब कह रहे हैं कि रसूलों से मुराद मुजद्दिद भी होता है। नालो ये भी दावा कर रहा है कि बाज मुहद्दिसीन ने खुद दावा किया मुजद्दिद होने का। बिल्कुल आमिर साहब जो कह रहे हैं बंदा खुद ना मुजद्दिद से समझना इनकार चाहे करने ना, वाला उसे खुदा से दुनिया हुक्म की का कोई इजहार ताकत नहीं समझा करता है। सकती। और माशाल्लाह आप तो खुद फंसे हो आगे कि ये हदीस ही मोहम्मद सल्लल्लाहु अलैहि वसल्लम की है, आप इसका मतलब निकालो। वही मतलब अगर मिर्जा साहब निकाले तो आप कहे ये गलत है, उन्होंने तो ये कह दिया था लेकिन हुआ ऐसे है, तो मोहम्मद सल्लल्लाहु अलैहि वसल्लम ने भी ये फरमा दिया तो हुआ ऐसे ही है। ਗੱਲ ਸੁਣੋ, ਠਹਿਰ ਜਾ, ਰੁਕ ਜਾ, ਸਾਹ ਲੈ ਲਓ। ਪਤਾ ਇਹ ਲੱਗਾ ਹੈ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਦਾ ਮਤਲਬ ਕੱਢਿਆ ਮਿਰਜ਼ਾ ਸਾਹਿਬ ਨੇ, ਅੱਗੋਂ ਮਿਰਜ਼ਾ ਸਾਹਿਬ ਦੀ ਹਦੀਸ ਦਾ ਮਤਲਬ ਕੱਢਣਾ ਹੈ ਤਲਤ ਸਾਹਿਬ ਨੇ। ਕਿਹੜੀ ਲੋੜ ਹੈ ਏਡਾ ਪੰਗਾ ਪਾਣ ਦੀ? ਤੁਸੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਨੂੰ ਹੀ ਮੰਨ ਲੈਣਾ ਸੀ ਜੇ ਮਿਰਜ਼ਾ ਸਾਹਿਬ ਦੀ ਗੱਲ। जनाब ये हदीस है ही मोहम्मद सल्लल्लाहु अलैहि वसल्लम दी, मिर्जा साहब मिर्जा साहब की हदीस नहीं है, मिर्जा साहब की हदीस नहीं है, ये है ही मोहम्मद सल्लल्लाहु अलैहि वसल्लम दी। ਮੈਂ ਦੱਸਣਾ ਨਾ ਜਿਹੜੀ ਮਿਰਜ਼ਾ ਸਾਹਿਬ ਦੀ ਹਦੀਸ ਹੈ, ਮਿਰਜ਼ਾ ਸਾਹਿਬ ਦੀ ਹਦੀਸ ਹੈ ਵੇ मिर्जा साहब बड़े माड़न जी, ਕਿ मोहम्मद सल्लल्लाहु अलैहि वसल्लम यही गल कह ते वो ठीक है, वही गल वही फरमान मिर्जा गुलाम अहमद साहब फरमा रहे, कहना ये गलत है। हाय मोमनो सही पक्के मोमनो फिर खालिसतुल मोमनो खुदा दी कसम। ਇਸ ਗੱਲ ਵਿੱਚ ਤੁਸੀਂ ਮੁਖਤੀ ਹੋ ਤੇ ਤਾਰਕ ਚੌਹਾਨ ਸਾਹਿਬ ਮੁਸੀਬ ਨੇ, ਕਿਉਂਕਿ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਲਿਖੀ, ਮੈਂ ਤੇ ਉਸ ਗੱਲ ਨੂੰ ਹੀ ਗਲਤ ਸਮਝਣਾ। ਮੈਂ ਸਮਝਣਾ ਮਿਰਜ਼ਾ ਸਾਹਿਬ ਨੇ ਗਲਤ ਗੱਲ ਕੀਤੀ, ਮੇਰੇ ਕੋਲ ਕੋਈ ਲਫ਼ਜ਼ ਹੋਰ ਨਾ ਸੁਣ ਲਿਓ, ਨਜਾਇਜ਼ ਗੱਲ ਕੀਤੀ ਨੇ। ਤੁਸੀਂ ਸੁਣਾਓਗੇ ਤੇ ਮੇਰੇ ਮੂੰਹ ਤੇ ਕਿਸੇ ਨੇ ਹੱਥ ਰੱਖਿਆ ਤੇ ਮਤਲਬ ਜਿਹੜੀ ਮਿਰਜ਼ਾ ਸਾਹਿਬ ਨੇ ਆਖਿਆ ਮੁਜੱਦਦਾਂ ਤੇ ਈਮਾਨ ਲਿਆਉਣਾ ਫਰਜ਼ ਹੈ, ਇਹ ਗੱਲ ਹੀ ਗਲਤ ਹੈ। यार आमिर साहब मैं आपको हर जाविये से समझा के थक गया हूँ। जिन्होंने फरमाया है कि मुजद्दिदों पर ईमान लाना जरूरी है, जब उनसे सवाल किया कि कौन से मुजद्दिद, उन्होंने कहा मुझे पता ही नहीं है। इसका मतलब वैसे आ गया सिर्फ ये मानना जरूरी है कि मुजद्दिद आए हैं, ये मानना हम भी मानते हैं मुजद्दिद आए हैं, लेकिन उनका दावा नहीं है, उन पर ईमान लाना जरूरी नहीं है। ਗੱਲ ਵਾਜ਼ੇ ਹੋ ਜਾਂਦੀ। ਹਾਂ ਜੋ ਕਿੱਥੇ ਲਿਖੀ ਗੱਲ ਮਿਰਜ਼ਾ ਸਾਹਿਬ ਨੇ, एक ही चीज ਜਿਹੜੀ ਗੱਲ ਤੁਸੀਂ ਹੁਣ ਆਖੀ ਹੈ, ਜੇ ਤੇ ਇਹੋ ਹੀ ਗੱਲ ਮਿਰਜ਼ਾ ਸਾਹਿਬ ਨੇ ਕਿਰੇ ਲਿਖੀ ਹੈ ਨਾ ਤੇ ਤੁਸੀਂ ਸੱਚੇ ਹੋ ਕਿ ਮਿਰਜ਼ਾ ਸਾਹਿਬ ਨੇ ਆਖਿਆ ਕਿ ਸਿਰਫ ਮੁਜੱਦਦਾਂ ਦੇ ਉੱਤੇ ਇੰਨਾ ਈਮਾਨ ਲਿਆਉਣਾ ਫਰਜ਼ ਹੈ ਕਿ ਮੁਜੱਦਦ ਆਏ ਨੇ ਬਸ। मैं बता देता हूँ माशा, आपने कौन सा आगे मेरी बात मानी है? आप तो अगली दलाइल दे के मैं थक गया हूँ, फिर दे देता हूँ एक, लेकिन आपने मानना नहीं है, ये सर के ऊपर से आपने गुजार देनी है। मुझे बताएं, जो हमें कह रहे हैं कि क्या उनके लिए मान लाना जरूरी नहीं है? क्या उन्होंने बताया कि फलाना मुजद्दिद है, फलाना मुजद्दिद है, फलाना? वो अपनी अकल को खोलो। नहीं, ये हमें आप अब्दुल मतलब रहमान लेके मलक बता रहे कादम हो साहब ने कि पूरी उनका मतलब ये था फहरिस्त वहाँ कि पे इन पर छापी हुई ईमान है। लाना जरूरी है, तो इन जाहिलों से पूछो जो हमें कह रहे हैं क्या उसके लिए ईमान लाना जरूरी नहीं था? जब उसको नाम ही नहीं पता, वो नाम ही नहीं बता रहे, वो कह रहे हैं मुझे नहीं मालूम का ये है कि उनका दावा ही नहीं था मुजद्दिद होने का। फिर पता नहीं जाहिलो, पता नहीं कहाँ से
वो एक टांग मुर्गे की एक टांग फड़ करके आ ਉਹ जाते। ਮਲਕ ਤਾਲਾ ਸਾਹਿਬ ਤੁਸੀਂ ਬੜੇ ਦੂਰ ਨਿਕਲ ਗਏ ਹੋ ਕਿ ਨਿੱਕੀ ਜੀ ਅਸਾਂ ਨੇ ਵੀ ਸਵਾਲ ਨਾਲ ਜਵਾਬ ਚਾਹ ਦਿਓ नहीं मैं पूरा जी अगले सवाल तो मैं पूरा तुसी केड़ी मुजद्दद का नहीं, नहीं, मुमकिन नहीं। फासिक है, मिर्जा साहब कह रहे हैं ऐसे और तू इस्तखलाफ जाहिल नहीं, का एक बच्चा है, सवाल है। तू मलक जाहिल साहब। का बच्चा है, तू जंबे दा ए बच्चा है, मलक जंबे दा बच्चा है, जंबा तेरा प्यो है। बदतमीजी ना करो, गाला ना कटो, गाला ना कटो। जब वो शुरू करता है उस टाइम आपको नहीं पता। तो मैं तो मिर्जा साहब की तालीम पेश कर रहा हूँ, आप गालियां मैं निकालना तेरे शुरू बाप कर की देते हैं। तालीम पेश कर रहा हूँ। और ये जंबे कहना की, कि मुजद्ददों जंबे पर की। ईमान लाना ये कुछ पहला फर्ज नबी नहीं, आ गया है खुदा जो ताला अपने के से हुक्म पहले से नबी के इनहराफ है। बेटों को, पोतों को, पड़पोतों को गालियां बकता है, कहता है मैं नबी हूँ। ए नबी नू मनो जी है जंबा साहब नू। ये पहले नबी को मनते हैं भाई मिर्जा साहब अल्लाह के सच्चे उम्मती नबी हैं। मिर्जा साहब कह रहे उनके हैं बेटों को, मुजद्ददों पर जरा उनके ईमान नहीं पोतों लाता, को, खुदा के हुक्म उनके से इनहराफ पड़पोतों करता है। को गालियां बकते हैं। दुनिया में ऐसा वाकया बयान कर दिया जो इस्लाम की हिस्ट्री में नहीं आया कि नबी के बेटों को गालियां बकने से नबी हो जाता है बंदा, उसके पोतों को गालियां बकने से नबी हो जाता है, उसके मलिक इमाम साहब पड़पोतों को जंबा साहब गालियां की बड़ी बकने से। तबलीग करना ए, चाहते हैं, नई मैं तो उनका क्वालिटी नाम ही निकाल नहीं दी लेता। है, जंबा साहब ने नई क्वालिटी निकाल दी है। मैं तो उनका नाम ही नहीं लिया, आपको बड़ी तकलीफ है उनकी तबलीग करने की। मैं कह रहा हूँ ना वो जाहिल है ना, आप भी जाहिल हो हाँ। कि नबी के बेटे को गालियां अच्छा बकने से कोई नबी हो तलत जाएगा? मलक तलत नबी के मलक साहब पोतों ये को कह गालियां रहे बकने हैं से कोई नबी हो जाएगा? लफज पढ़ो अपने, ए पढ़ो जरा, याद यार रहे, आमिर साहब मुझे सुनो माफ सुनो, याद रहे कि मुजद्दद लोग दीन में कुछ कमी बेशी नहीं करते। जी हाँ, गुमशुदा दीन को फिर दिलों में कायम करते हैं। और ये कहना कि मुजद्ददों पर ईमान लाना कुछ फर्ज नहीं, खुदा ताला के हुक्म से इनहिराफ है। हूं दो आमिर साहब कौन सा जवाब आपने मानना है? आपने वही क्या ना मुर्गे की एक टांग काटी, उल्टी आंख से देखना है, उल्टे कान से सुनना है। मुजद्दद पर ईमान लाने से मुराद उनका ये है कि जो मुजद्दद बात कर रहा है कुरान से उस पर ईमान, जो सच्ची बात करे, क्या उस पर ईमान लाना फर्ज नहीं है? ये झूठे मुजद्दद भी आए ने। यार माफ कर दे यार आमिर साहब का। यही गल है जेड़ी अच्छा ये मिर्जा साहब, आप तलत मलक साहब कह रहे हैं कि मिर्जा साहब ने कहा मुझे मुजद्ददों का पता ही नहीं है, लेकिन मिर्जा साहब लिखते हैं कि मुजद्दद अलफ सानी ने अपनी किताब में लिखा है कि मसीह मौद के वक्त सितारा जो नहीं निकलेगा। ए मिर्जा साहब ने किन्ने दसता कि अलफ सानी दे मुजद्दद कौन ने? देखिए जो शख्स जिसने अपने मुंह से कोई चीज किया वो उन्होंने वो तहरीर कर दिया। तो उन्होंने मिर्जा नहीं साहब ने फरमाया किन्ने कि- दसिया कि जिन्हें ओ तहरीर भाई, की थी आप मुजद्दद बेलकर ने? हैं, तो शर्म करो, तुम उनको मुजद्दद मानो, मानते हो? ओहो मिर्जा साहब ने किन्ने दसिया कि मुजद्दद ने? मिर्जा साहब तो कहते मैंने पता ही नहीं। बोल उसको नबी मानते हो, मुजद्दद मानते हो? ਉਹ ਭਾਈ ਸਾਡੇ ਹਾਲ ਤੇ ਇਹ ਮਸਲਾ ਹੈ ਹੀ ਨਹੀਂ। ਅਸੀਂ ਇਹ ਸੂਲ ਤੇ ਤੁਹਾਡਾ ਨਾ ਮਰਜ਼ਈਆਂ ਦਾ, ਸਾਡਾ ਨਹੀਂ ਹੈ। दीन कोई और हो गया जाहिलो। इंज ना करो। ਤਲਤ ਮਲਕ ਸਾਹਿਬ ਇਹ ਕੰਮ ਨਾ ਕਰੋ, ਮੈਨੂੰ ਇੰਨਾ ਦੱਸ ਦਿਓ। ਤੁਸੀਂ ਕਹਿ ਰਹੇ ਹੋ ਕਿ ਮਿਰਜ਼ਾ ਸਾਹਿਬ ਕਹਿੰਦੇ ਆ ਕਿ ਮੈਨੂੰ ਤਾਂ ਮੁਜੱਦਦਾਂ ਦਾ ਪਤਾ ਹੀ ਨਹੀਂ। है, तेरी आंखों पर पर्दे जो अल्लाह ਓਏ ताला ਅੱਛਾ ने ਗੱਲ ਤੇ बताया ਸੁਣ ਲਓ ना, मेरे ਗੱਲ ਤੇ सुन लिया ऊपर, करो। उनकी ਗੱਲ आंखों ਤੇ पर सुन मोहरे लो। लगा रही हैं, तुम्हारी मोहरे ਅੱਛਾ मुझे ਠੀਕ ਹੈ, नजर आ ਗੱਲ रही ਤੇ हैं, ਸੁਣ तुम पे ਲਓ मोहरे ਮਲਕ लगी ਸਾਹਿਬ, हुई ਗੱਲ ਤੇ ਸੁਣੋ। हैं, तुम पे मोहरे लगी ਤੁਸੀਂ हुई हैं। ਕਹਿ ਰਹੇ ਹੋ ਕਿ ਮਿਰਜ਼ਾ ਸਾਹਿਬ ਕਹਿੰਦੇ ਕਿ ਮੈਨੂੰ ਤੇ ਮੁਜੱਦਦਾਂ ਦਾ ਪਤਾ ਹੀ ਨਹੀਂ। ਦੂਜੀ ਜਗ੍ਹਾ ਤੇ ਉਹ ਲਿਖ ਰਿਹਾ ਕਿ ਅਲਫ ਸਾਨੀ ਦੇ ਜਿਹੜੇ ਮੁਜੱਦਦ ਨੇ ਉਹਨਾਂ ਨੇ ਇਹ ਗੱਲ ਲਿਖੀ, ਤੇ ਉਹਨਾਂ ਨੂੰ ਕਿਹਨੇ ਦੱਸਿਆ ਕਿ ਇਹ ਬੰਦਾ ਜਿਹਨੇ ਗੱਲ ਲਿਖੀ ਆ ਇਹ ਅਲਫ ਸਾਨੀ ਦੇ ਮੁਜੱਦਦ ਨੇ? भाई उन्होंने ये अपनी किताब में लिखा है कि ये अल्फसानी मुजद्दद हैं, तो फिर उन्होंने लिख दिया उस हवाले से। ਨਾਲੇ ਤੁਸੀਂ ਕਹਿੰਦੇ ਹੋ ਮਿਰਜ਼ਾ ਸਾਹਿਬ ਕਹਿੰਦੇ ਮੈਨੂੰ ਪਤਾ ਹੀ नहीं ਕਿਸੇ मुजद्दद ਦਾ। लेकिन मुझे एक बात बताओ, वो अहमदियों के नहीं थे, वो तो मुसलमान थे, तो शर्म करो, आप उन पर ईमान लाओ। वो ਉਹ ਭਾਈ ਸਾਡੇ ਤੇ ਤਾਂ ਹੈ ਹੀ ਨਹੀਂ ਈਮਾਨ ਲਿਆਣਾ, ਸਾਡੇ ਪਾਸੇ ਤਾਂ ਹੈ ਹੀ ਕੋਈ। वो अहमदी थे अल्फसानी ਭਾਈ ਯਾਰ ਮਿਰਜ਼ਾ ਸਾਹਿਬ ਦੀ ਗੱਲ ਦਾ ਤਾਂ ਜਵਾਬ ਦੇ ਦਿਓ। ਮਿਰਜ਼ਾ ਸਾਹਿਬ ਨੂੰ ਕਿਹਨੇ ਦੱਸਿਆ ਕਿ ਉਹ ਅਲਫ ਸਾਨੀ ਦੇ ਮੁਜੱਦਦ ਨੇ? अल्फसानी जो मुजद्दद थे वो अहमदियों में से थे। ओहो जिथों भी सी मिर्जा साहब ने दसिया किन्ने आख्या मुजद्दद ने? कि ये हमारा दीन नहीं है, हम तुम्हारे दीन की बात कर रहे हैं, हमारा दीन तो सरकारी दीन है। अच्छा मलक साहब ऐ तो दस दियो कि मिर्जा साहब ने किन्ने दसिया कि वो मुजद्दद ने? जाहिलो तुम पर अल्लाह ताला ही रहम करे। कालू सलामा, मैं तुम्हें इतनी ओहो नहीं इन्ना ते दस दियो भी मिर्जा साहब ने ऐ गल किन्ने दसी आ कि फलाना बंदा अल्फ सानी दा मुजद्दद है? ऐसी बात जिसका हम इनकार करें, हमें फतवे लगा रहे हो, और उसी बात का खुद इनकार कर रहे हो। कहने ऐसी ते सरकारी मुसलमान ऐसी सरकारी मुसलमान साड़ी कह रहे। शर्म करो, आप लोगों को पता ही नहीं दीन क्या है क्या। मलक साहब खे खे ਤੁਸੀਂ ਨਾ ਪਟੜੀ ਤੋਂ ਲੈ ਗਏ ਹੋ। ਤੁਹਾਨੂੰ ਅਸੀਂ ਇਸ ਵਾਸਤੇ ਕਹਿੰਨੇ ਕਿ ਤੁਹਾਡੇ ਨਬੀ ਨੇ ਕਿਹਾ ਕਿ ਮੁਜੱਦਦਾਂ ਤੇ ਈਮਾਨ ਲਾਣਾ ਜ਼ਰੂਰੀ ਆ। ਸਾਡੇ ਨਬੀ ਨੇ ਤਾਂ ਨਹੀਂ ਨਾ ਕਿਹਾ ਹੈ ਤੇ ਅਸੀਂ ਨਹੀਂ ਲਿਆਂਦੇ।
ਤੁਹਾਡੇ ਨਬੀ ਨੇ ਕਿਹਾ ਤਾਂ ਤੁਹਾਡੇ ਕੋਲ ਹੀ ਸਵਾਲ ਹੋਏਗਾ ਨਾ। ਤੇ ਇੰਨਾ ਤੇ ਦੱਸ ਦਿਓ ਕਿ ਇਹ ਮਿਰਜ਼ਾ ਸਾਹਿਬ ਨੂੰ ਇਹ ਕਿਹਨੇ ਦੱਸਿਆ ਕਿ ਫਲਾਣਾ ਬੰਦਾ ਅਲਫਸਾਨੀ ਦਾ ਮੁਜੱਦਦ ਆ? ਇਹ ਉਹਨਾਂ ਨੂੰ ਗੱਲ ਹੀ ਨਹੀਂ ਸਮਝ ਆਈ। ਅਲਫਸਾਨੀ ਦਾ ਮੁਜੱਦਦ ਦਾ ਮਤਲਬ 1000 ਸਾਲਾ ਮੁਜੱਦਦ ਹੈ। 12ਵੀਂ ਸਦੀ ਦਾ। ਹਾਂ 12ਵੀਂ ਸਦੀ ਦਾ ਬੱਚਾ ਵਲੀ ਅੱਲਾਹ। अस्सलाम वालेकुम ज़िया भाई। ਅਲਫਸਾਨੀ 1000 ਦਾ ਹੀ ਹੁੰਦਾ। ਚੁੱਪ ਕਰ ਜਾਓ ਫੈਮ ਡਾਊਨਲੋਡ ਹੋ ਰਿਹਾ, ਚੁੱਪ ਕਰ ਜਾਓ। ਅਲਫਸਾਨੀ ਜਿਹੜਾ ਹੁੰਦਾ ਨਾ 1000 ਸਾਲਾ ਹੁੰਦਾ ਹੈ, ਜਿਹੜਾ 12ਵੀਂ ਸਦੀ ਦਾ ਮੁਜੱਦਦ ਹੈ ਨਾ ਸ਼ਾਹ ਵਲੀ ਅੱਲਾਹ ਨੇ। ਅਸਲ ਵਿੱਚ ਸਾਨੂੰ ਸਾਡੇ ਨਬੀ ਅਲੈਹਿਸਸਲਾਤੁ ਵਸਲਾਮ ਨੇ ਜਿੰਨੀ ਗੱਲ ਆਖੀ ਹੈ ਸਾਨੂੰ ਉਹ ਸਮਝ ਵੀ ਆ ਗਈ, ਸਾਡਾ ਉਹਦੇ ਤੇ ਇਮਾਨ ਵੀ ਹੈ। ਨਬੀ ਪਾਕ ਨੇ ਫਰਮਾਇਆ ਇੱਕ ਮਿੰਟ ਹਸਨ ਭਾਈ ਮਾਈਕ ਮੀਟਰ ਅਬੂ ਦਾਊਦ ਚ ਹਦੀਸ ਆਉਂਦੀ ਹੈ ਕਿ ਹਰ ਸਦੀ ਦੇ ਸਿਰ ਤੇ ਅੱਲਾਹ ਤਾਲਾ ਇੱਕ ਮੁਜੱਦਦ ਮਬੂਸ ਕਰੇਗਾ, ਯਾਨੀ ਤਜਦੀਦ ਦੀਨ ਕਰਨ ਵਾਲਾ ਕੋਈ ਬੰਦਾ ਭੇਜੇਗਾ। ਠੀਕ, ਸਾਡਾ ਤੇ ਇੰਨਾ ਈਮਾਨ ਹੈ ਜਿੰਨੀ ਗੱਲ ਅੱਲਾਹ ਦੇ ਨਬੀ ਨੇ ਫਰਮਾਈ ਹੈ। ਤੁਹਾਡੇ ਜਿਹੜੇ ਮਿਰਜ਼ਾ ਸਾਹਿਬ ਨੇ ਉਹਨਾਂ ਨੇ ਗੱਲ ਵਿੱਚ ਥੋੜ੍ਹਾ ਜਿਹਾ ਅੱਗੋਂ ਵਜ਼ਾਹਤ ਕੀਤੀ ਗੱਲ ਦੀ। ਉਹਨਾਂ ਇਹ ਆਖਿਆ ਕਿ ਮੁਜੱਦਦ ਲੋਕ ਦੀਨ 'ਚ ਕਮੀ ਬੇਸ਼ੀ ਨਹੀਂ ਕਰਦੇ, ਇਹ ਗੁੰਮਸ਼ੁਦਾ ਦੀਨ ਲੋਕਾਂ 'ਚ ਕਾਇਮ ਕਰਦੇ ਨੇ। ਔਰ ਇਹ ਆਖਣਾ ਕਿ ਮੁਜੱਦਦਾਂ ਤੇ ਈਮਾਨ ਲਿਆਉਣਾ ਕੋਈ ਫਰਜ਼ ਨਹੀਂ ਹੈ, ਖੁਦਾ ਤਾਲਾ ਦੇ ਹੁਕਮ ਨਾਲ ਇਨਹਿਰਾਫ ਹੈ, ਯਾਨੀ ਇਨਕਾਰ ਹੈ। ਤੇ ਹੁਣ ਜੇ ਤਲਤ ਸਾਹਿਬ ਨੂੰ ਆਨੇ ਆ ਵੀ ਤਲਤ ਸਾਹਿਬ ਮੁਜੱਦਦਾਂ ਤੇ ਈਮਾਨ ਲਿਆਉਣਾ ਤੁਹਾਡੇ ਮਿਰਜ਼ਾ ਸਾਹਿਬ ਤੁਹਾਡੇ ਤੇ ਫਰਜ਼ ਕਰਾਰ ਦੇ ਗਏ ਨੇ, ਤੇ ਤਲਤ ਸਾਹਿਬ ਆਉਂਦੇ ਨੇ ਜਦੋਂ ਇਸ ਗੱਲ ਨੂੰ ਮੈਂ ਪ੍ਰੈਕਟੀਕਲ ਇਹਦੀ ਕਰਨਾ ਨਾ, ਇਸ ਥਿਊਰੀ ਦਾ, ਤੇ ਨਤੀਜਾ ਸਿਫਰ ਆਉਂਦਾ ਹੈ। ਤੇ ਫਿਰ ਮਿਰਜ਼ਾ ਸਾਹਿਬ ਨੂੰ ਕਾਹਨੂੰ ਚਿੰਬੜੇ ਹੋ 300 ਦਿਰਹਮ ਦੇ ਕੇ? ਇਹ ਖੱਟੀ ਖੱਟੀ ਜੇ ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਬੁੱਲਿਆ 10 ਖੱਟੇ ਕੇਸ ਇਸ਼ਕ ਪਿੱਛੇ। ਫਿਰ 300 ਦਿਰਹਮ ਦੇ ਕੇ ਤੇ ਐਸੇ ਬੰਦੇ ਨੂੰ ਫਾਲੋ ਕਰਨਾ ਜਿਹਦੀ ਥਿਊਰੀ ਨੂੰ ਜਦੋਂ ਪ੍ਰੈਕਟੀਕਲ ਕਰੀਏ ਤੇ ਨਤੀਜਾ ਸਿਫਰ ਆਉਂਦਾ ਹੈ, ਤੇ ਛੱਡੋ ਉਹਨੂੰ ਬੰਦੇ ਨੂੰ, ਚੁੱਕ ਕੇ ਪਰਾਂ ਮਾਰੋ। ਕਿਉਂ ਜੀ ਤਲਤ ਸਾਹਿਬ ਮਾਈਕ ਮਿਊਟ ਹੋਇਆ ਤੁਹਾਡਾ? ਬਿਜ਼ੀ ਹੋ ਗਏ। ਕਿ ਪਤਾ ਚੀਕਾਂ ਮਾਰਦੇ ਪਏ ਹੋਣ। ਫੈਮ ਡਾਊਨਲੋਡਿੰਗ ਤੇ ਲੱਗਾ ਹੋਇਆ, ਫੈਮ ਡਾਊਨਲੋਡ ਹੋ ਰਿਹਾ। ज़िया भाई आपड़ा आमिर भाई। ਅੱਛਾ ਅੰਬਰ ਭਾਈ, ਤੁਸੀਂ ਕੋਈ ਵਾਰ ਕੀਤਾ ਜੇ ਤੁਹਾਡੇ ਤੋਂ ਬਾਅਦ ਇਹ ਮਲਕ ਸਾਹਿਬ ਨੂੰ ਹੋਇਆ ਕੀ ਹੈ? ਪਤਾ ਨਹੀਂ ਕੀ ਹੋ ਰਿਹਾ। ਇਹ ਰੋਜ਼ਿਆਂ ਤੋਂ ਪਹਿਲੇ ਚੰਗੇ ਭਲੇ ਨਹੀਂ ਛੱਡ ਕੇ ਗਏ ਸੀ ਤੁਸੀਂ? ਆਹੋ ਚਾਹ ਹੀ ਲੜੀ ਨਾ ਕੋਈ। आमिर भाई आपड़ा ज़िया भाई ये मलक साहब नहीं कोई और बंदा ने, मैनू शक है जी। ਨਹੀਂ ਉਹ ਹੀ ਨਹੀਂ, ਚੀਖ ਕੇ ਤਾਂ ਹੁਣ ਚੁੱਪ ਕਰ ਗਏ ਨੇ। ਕੁਰਾਨ ਨਿਸਟਾਂ ਨਾਲ ਬਹਿ ਕੇ ਮੱਤ ਮਾਰੀ ਗਈ। ਜਾਂ ਤੇ ਬੇਹੋਸ਼ ਹੋ ਗਏ ਨੇ ਜਾਂ ਚੀਖ ਕੇ। मेरी आवाज आ रही है? ਆ ਰਹੀ आ ਤੁਹਾਡੀ? रही आ रही अच्छी आ रही नहीं मैं मतलब कि हैरानी है, तुसी भी सारे देख रहे हो कि एक शख्स ने इल्मी सवाल किए जा रहे हैं और ਉਹਨਾਂ ਦੇ ਆਪਣੀ ਨਬੀ ਦਾ ਇਕਤਬਾਸ ਪੇਸ਼ ਕੀਤਾ ਜਾ ਰਿਹਾ ਹੈ और इतना वो नाराज हो रहे हैं इस चीज से कि हैरानी है बिल्कुल। तो शेख क्या हो रहे यार, अगो नकल तारिक साहब खफन हो अपने अंकल मलतायर अवान साहब अंकल ना अपने तो कदे इस तरह कारवन गुफ्तगू ते नाराज ना होया करो। जी जी दूसरा ਜਿਹੜੇ ਨੇ ਤਲਤ ਸਾਹਿਬ ਖਫਾ ਇਸ ਗੱਲੇ ਹੋ ਰਹੇ ਨੇ, ਚੀਕ ਝਾੜਾ ਇਸ ਗੱਲੇ ਪਾ ਰਹੇ ਨੇ ਕਿ ਜਿਹੜੀ ਗੱਲ ਉਹਨਾਂ ਦੇ ਨਬੀ ਨੇ ਲਿਖੀ ਹੈ ਉਹ ਕਹਿੰਦੇ ਨੇ ਉਹ ਪ੍ਰੈਕਟੀਕੇਬਲ ਨਹੀਂ ਹੈ। ਉਹ ਕਹਿੰਦੇ ਨੇ ਮੈਂ ਉਹਦਾ ਪ੍ਰੈਕਟੀਕਲ ਕਰਨਾ, ਨਤੀਜਾ ਸਿਫਰ ਆਉਂਦਾ ਹੈ। ਤੇ ਉਹ ਸੋੜੇ ਨਾ ਪੈਣ ਤੇ ਚੀਖਾਂ ਨਾ ਮਾਰਨ ਤੇ ਕੀ ਕਰਨ? हाँ नहीं वो तो बड़ा आसान है कि वो छड्डो ऐसे नबी नु जिहदा प्रैक्टिकल 0 है 0/0। ਫਿਰ ਛੱਡ ਦੋ ਤਲਤ ਸਾਹਿਬ, ਮਿਰਜ਼ਾ ਸਾਹਿਬ ਨੂੰ ਛੱਡ ਦੋ ਜੇ ਉਹਨਾਂ ਦੀ ਗੱਲ ਪ੍ਰੈਕਟੀਕੇਬਲ ਨਹੀਂ ਹੈ। हाँ ਐਸੇ ਬੰਦੇ ਨੂੰ ਫਾਲੋ ਕਰਨ ਦਾ ਕੀ ਫਾਇਦਾ? कोई फायदा नहीं। ਹੁਣ ਬੋਲਦੇ ਨਹੀਂ ਹਨ ਤਲਤ ਸਾਹਿਬ, ਬੋਲਦੇ ਨਹੀਂ। ਜੇ ਤਲਤ ਸਾਹਿਬ ਡਾਊਨਲੋਡਿੰਗ ਹੋ ਰਹੀ ਹੈ, ਫਾਈਲ ਕਰਪਟ ਹੋ ਜਾਂਦੀ ਵਿੱਚ ਛੇੜ ਲਓ ਤੇ गायब हो गए ने। ਮਿਰਜ਼ਾ ਸਾਹਿਬ ਦੀ ਗੱਲ ਉੱਤੇ ਅਮਲ ਹੋ ਹੀ ਨਹੀਂ ਸਕਦਾ। ਐਸੀ ਗੱਲ ਮਿਰਜ਼ਾ ਸਾਹਿਬ ਨੇ ਲਿਖੀ ਹੈ ਕਿ ਉਹਦੇ ਉੱਤੇ ਅਮਲ ਨਹੀਂ ਹੋ ਸਕਦਾ। हाँ जी यानी सारे ਅੱਜ ਸਾਰਾ ਦਿਨ ਅਸੀਂ ਐਸੀ ਚੀਜ਼ ਤੇ ਡਿਸਕਸ਼ਨ ਕਰਦੇ ਰਹੇ ਹਾਂ ਔਰ ਉਹਨਾਂ ਨੇ ਇਹੀ ਆਪਣਾ ਮਤਲਬ ਮੁੱਦਾ ਦੱਸਿਆ ਕਿ ਜੀ ਇਹ ਪ੍ਰੈਕਟੀਕਲੀ ਨਹੀਂ ਹੈ, 0/0 -0। ਹਾਂ ਤੇ ਵੀ ਉਹ ਐਸੇ ਬੰਦੇ ਤੋਂ ਤੁਸੀਂ ਕਿਉਂ ਆਪਣਾ ਹਕਮ ਅਦਲ, ਇਮਾਮ ਆਖਰ ਜ਼ਮਾਨ, ਮਸੀਹ ਮੌਤ ਤੇ ਅੱਛਾ ਮੁਸੱਵਰ ਸਾਹਿਬ ਦਾ ਥੱਲੇ ਸਵਾਲ ਹੈ ਤੁਹਾਨੂੰ ਤਾਰਕ ਸਾਹਿਬ। ਉਹ ਕਹਿੰਦੇ ਨੇ ਕਿ ਤੁਸੀਂ ਫਿਰ ਮਿਰਜ਼ਾ ਸਾਹਿਬ ਨੂੰ ਛੋੜ ਦਿੱਤਾ ਹੈ। ਭਾਈ ਤਾਰਕ ਸਾਹਿਬ ਨੇ ਤੇ ਮਿਰਜ਼ਾ ਸਾਹਿਬ ਦੀ ਇਸ ਗੱਲ ਨੂੰ ਮੰਨਿਆ ਮੈਂ ਤੇ ਮੰਨਿਆ
ਤੇ ਔਰ ਮੰਨ ਮੈਂ ਲਿਆ 15ਵੀਂ ਸਦੀ ਦੇ ਮੁਜੱਦਦ ਨੂੰ ਵੀ ਮੰਨ ਲਿਆ। ਆਮਦ ਸਾਹਿਬ ਗੱਲ ਇਹ ਕਿ ਇਹਨਾਂ ਨੇ ਭੈਣ ਜਾ ਕੇ ਸਿਰਫ ਇੱਕ ਮੁਜੱਦਦ 15ਵੀਂ ਸਦੀ ਦਾ ਮੁਜੱਦਦ ਇਹਨਾਂ ਨੂੰ ਚਾਹੀਦਾ, ਨਹੀਂ ਤੇ ਜੰਬਾ ਸਾਹਿਬ ਝੂਠੇ ਹੋ ਜਾਣਗੇ। ਇਹਨਾਂ ਨੇ ਹੋਰ ਕੋਈ ਖੱਡੇ ਜਾਏ ਕਿਸੇ ਨੇ ਦਾਵਾ ਕੀਤਾ ਨਹੀਂ ਕੀਤਾ ਐਲਾਨ ਕੀਤਾ ਤਾਂ 15ਵੀਂ ਸਾਰੇ ਲੱਭੇ ਲੁਬਾਬ ਜਿਹੜਾ 15ਵੀਂ ਸਦੀ ਦਾ ਮੁਜੱਦਦ ਜੰਬਾ ਸਾਹਿਬ ਸੱਚੇ ਆ ਗਏ। ਔਰ ਮਜ਼ੇ ਦੀ ਗੱਲ ਐਸਾ ਮੁਜੱਦਦ ਆਇਆ ਹੈ ਜਿਨ੍ਹਾਂ ਨੂੰ ਉਹ ਨਬੀ ਮੰਨਦੇ ਉਹਨਾਂ ਦੇ ਬੇਟਿਆਂ ਨੂੰ ਗਾਲਾਂ ਕੱਢਦੇ, ਉਹਨਾਂ ਦੇ ਪੋਤੇ ਨੂੰ ਗਾਲਾਂ ਕੱਢਦੇ। ਬੇਟੇ ਤੁਸੀਂ ਵੀ ਕੁਰਾਨ ਦੀਆਂ ਆਇਤਾਂ ਦੇ ਤਰਜਮੇ ਜਿਹੜੇ ਕਰਦੇ ਹੋ ਨਾ ਆਵੇਂ ਉਹ ਇਹੀ ਡਰਾਮਾ ਕਰਦੇ ਹੋ ਮਿਰਜ਼ਾ ਕਾਦੀਆਨੀ ਨੂੰ ਮਨਾਉਣ ਵਾਸਤੇ, ਹੋਰ ਤੁਹਾਡੇ ਪੱਲੇ ਵੀ ਕੁਝ ਨਹੀਂ ਹੈ। ਅਰੇ ਸਾਡੇ ਪੱਲੇ ਤੋਂ ਕੋਈ ਨਹੀਂ ਨਾ, ਤੁਸੀਂ ਈਮਾਨ ਵਾਲੇ ਹੋ ਸਰਕਾਰੀ ਤੁਸੀਂ ਤੇ ਮਿਰਜ਼ਾ ਗੁਲਾਮ ਤੁਸੀਂ ਵੀ ਜਿਹੜਾ 1.5 ਗਿੱਠ ਦਾ ਲਾਵੇਂ